महाराज ਸਰੂਪ ਲੈ ਕੇ ਜਾਣਾ ਗਲਤ ਸੀ। ਪਰ ਅੰਮ੍ਰਿਤਪਾਲ ਉੱਥੇ ਇਹ ਤਰਕ ਦਿੰਦੇ ਆ ਕਿ ਲੜਾਈ ਦੇ ਟਾਈਮ ਵੀ ਤਾਂ ਗੁਰੂ ਸਾਹਿਬ ਦਾ ਸਰੂਪ ਨਾਲ ਜਾਂਦਾ। ਤੁਸੀਂ ਕਿਸ ਤਰੀਕੇ ਨਾਲ ਦੇਖਦੇ ਸਰ? देखो मैं तो बिल्कुल नहीं कहांगा इदां दा कोई गलत नहीं, गल समझण दी गल हुंदी है कि गल जे ਉਹ ਪੰਥ ਦੀ ਗੱਲ ਸੀ, ਜੇ ਉੱਥੇ ਕੁਝ ਗਲਤ ਹੋਇਆ ਉੱਥੇ ਜਾਣਾ ਸੀ ਤਾਂ ਗੁਰੂ ਗ੍ਰੰਥ ਨੂੰ ਨਾਲ ਲੈ ਕੇ ਗਏ। ਇਹਦੇ ਵਿੱਚ ਮਾੜਾ ਕੀ ਹੈ? ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾ ਹੁੰਦੇ, ਉਹਨਾਂ ਦਾ ਓਟ ਆਸਰਾ ਨਾ ਹੁੰਦਾ, ਉਹਨਾਂ ਦੀ ਛਤਰ ਛਾਇਆ ਨਾ ਹੁੰਦੀ ਤਾਂ ਉੱਥੇ ਹੋ ਸਕਦਾ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਜਾਂ ਉੱਥੇ ਪੁਲਿਸ ਜੋ ਹੈਗੀ ਸੀ, ਹੋ ਸਕਦਾ ਉਹਨਾਂ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ, ਹੋ ਸਕਦਾ ਉਸ ਤਰੀਕੇ ਨਾਲ ਅਟੈਕ ਕਰ ਦਿੰਦੇ, ਹੋ ਸਕਦਾ ਗੋਲੀਬਾਰੀ ਹੋ ਜਾਂਦੀ, ਹੋ ਸਕਦਾ ਉਹ ਗੋਲੀਆਂ ਚਲਾ ਦਿੰਦੇ ਤਾਂ ਉਹ 'ਚ 10 20 50 100 ਨੌਜਵਾਨ ਪੰਜਾਬ ਦਾ ਮਾਰਿਆ ਜਾਂਦਾ, ਫਿਰ ਇਹ ਖੁਸ਼ ਹੋ ਜਾਣੇ ਸੀ। ਅਸੀਂ ਚਾਹੇ ਪੁਰਾਣੀਆਂ ਜੰਗਾਂ ਵਰਲਡ ਵਾਰ 1 2 ਦੇਖੀਆਂ ਨੇ, ਉਹ 'ਚ ਸਭ ਕੁਝ ਇਹ ਹੋਇਆ, ਸਿਰਾਂ ਤੇ ਰੱਖ ਕੇ ਜਾਂਦੇ ਤਸਵੀਰਾਂ ਵੀ ਦੇਖੀਆਂ ਨੇ, ਪਰ ਇਹ ਕੋਈ ਜੰਗ ਸੀ? ਜੰਗ ਲੜਨ ਜਾ ਰਹੇ ਸੀ ਵੀ ਉਹ ਲੈ ਕੇ ਜਾਣਾ ਸੀ? ਭਾਵੇਂ ਉੱਥੇ ਇੱਕ ਲਹਿਰ ਸੀ, ਕੁਛ ਵੀ ਗੁਰੂ ਸਾਹਿਬ ਤੋਂ ਬਿਨਾਂ ਤਾਂ ਸਿੱਖ ਤੁਰਦਾ ਹੀ ਨਹੀਂ ਹੈਗਾ। ਪ੍ਰੋਫੈਸਰ ਸਰਬਜੀਤ ਸਿੰਘ ਧੁੰਦਾ ਠੀਕ ਹੈ ਕੌਮ ਦੇ ਪ੍ਰਚਾਰਕ ਨੇ, ਪਰ ਕਈ ਵਾਰੀ ਨਾ ਅਸੀਂ ਨਿੱਜੀ ਕਿਹੜਾ ਕਰਕੇ ਨਾ ਇੰਨੇ ਕੁ ਜ਼ਿਆਦਾ ਭੁੱਲ ਜਾਂਦੇ ਹਾਂ ਕਿ ਮੈਂ ਆਪ ਪਹਿਲਾਂ ਕੀ ਗੱਲ ਆਖੀ ਹੋਈ। ਉਸ ਇੱਕ ਗੁਰੂ ਨੇ ਆਪਣੇ ਪੂਰਾ ਪਰਿਵਾਰ ਵਾਰਤਾ, ਆਪਣੇ ਲਾਲ ਬਾਰ ਤੇ ਇੱਥੇ ਆਪਣੀ ਘਰ ਵਾਲੀ ਦੀ ਫੋਟੋ ਨੂੰ ਲੈ ਕੇ ਵੀ ਲੋਕ ਚਿੰਤਾ ਜਤਾਈ ਜਾਂਦੇ। ਹੁਣ ਆ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਆਪਣੀ ਘਰ ਵਾਲੀ ਦੀਆਂ ਫੋਟੋਆਂ ਨਹੀਂ ਦਿਖਾਣੀਆਂ, ਸ਼ਹੀਦੀਆਂ। ਮੈਨੂੰ ਕੋਈ ਸਿਆਣਾ ਬੰਦਾ, ਕੋਈ ਬੁੱਧੀਜੀਵੀ, ਕੋਈ ਮੈਂ ਕਹਿੰਦਾ 5ਵੀਂ ਜਾਂ 7ਵੀਂ ਪੜ੍ਹਿਆ ਬੰਦਾ ਜਿਹੜਾ ਆਮ ਬੱਚਾ ਹੈ, ਇਹ ਗੱਲ ਕਿੱਦਾਂ ਨੂੰ ਕੋਈ ਰਿਲਾਇਬਲ ਗੱਲ ਬਣਦੀ ਹੈ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਟੀਵੀ ਪੰਜਾਬ, ਮੈਂ ਤੁਹਾਡਾ ਜਸਪ੍ਰੀਤ ਸਿੰਘ ਅਸ਼ਕ। ਅੱਜ ਗੱਲ ਕਰਾਂਗੇ ਅਜਨਾਲੇ ਵਾਲੀ ਘਟਨਾ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਣਾ ਕਿੰਨਾ ਕੁ ਸਹੀ ਸੀ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦ ਅੰਮ੍ਰਿਤਪਾਲ ਤੇ ਉਹਨਾਂ ਜਥੇਬੰਦੀ ਆਪਣੇ ਨਾਲ ਲੈ ਕੇ ਜਾਂਦੀ ਹੈ ਤੇ ਫਿਰ ਉੱਥੇ ਪੁਲਿਸ ਨਾਲ ਕਲੈਸ਼ ਹੁੰਦਾ ਹੈ। ਹਾਲਾਂਕਿ ਪੁਲਿਸ ਇਹ ਗੱਲ ਕਹਿੰਦੀ ਹੈ ਕਿ ਅਸੀਂ ਗੁਰੂ ਸਾਹਿਬ ਦੇ ਸਤਿਕਾਰ ਕਰਕੇ ਕੋਈ ਵੀ ਐਸੀ ਗੱਲ ਨਹੀਂ ਕੀਤੀ ਜਿਹਦੇ ਨਾਲ ਸਤਿਕਾਰ ਨੂੰ ਠੇਸ ਪਹੁੰਚੇ, ਪਰ ਜਿੰਨੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੇ ਆ ਰਹੇ ਚੱਲ ਕੇ ਉਹਨਾਂ ਨੇ ਕੋਈ ਕਸਰ ਵੀ ਨਹੀਂ ਛੱਡੀ, ਯਾਨੀ ਕਿ ਉਹਨਾਂ ਨੇ ਅੰਮ੍ਰਿਤਪਾਲ ਨੂੰ ਨਿਸ਼ਾਨਾ ਬਣਾਇਆ। ਕੇਵਲ ਅੰਮ੍ਰਿਤਪਾਲ ਨੂੰ ਇਸ ਗੱਲ ਕਰਕੇ ਪੁਲਿਸ ਨੇ ਨਹੀਂ ਘੇਰਿਆ, ਇਸ ਤੋਂ ਇਲਾਵਾ ਚਾਹੇ ਉਹ ਧੁੰਦਾ ਹੋਵੇ, ਚਾਹੇ ਉਹ ਗੱਲ ਕੀਤੀ ਜਾਵੇ ਢੱਡਰੀਆਂ ਵਾਲੇ ਦੀ ਉਹ ਹੋਵੇ, ਚਾਹੇ ਕੋਈ ਹੋਰ ਹੋਵੇ, ਚਾਹੇ ਸਰਕਾਰ ਵੀ ਹੋਵੇ, ਹਰ ਕਿਸੇ ਨੇ ਇਸ ਗੱਲ ਦੀ ਨਿੰਦਾ ਕੀਤੀ। ਇੱਥੋਂ ਤੱਕ ਕਿ ਐਜੀਪੀਸੀ ਅਕਾਲੀ ਦਲ ਨੇ ਵੀ ਇੱਥੋਂ ਘੇਰਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਸਰੂਪ ਨੂੰ ਉੱਥੇ ਲੈ ਕੇ ਜਾਣਾ, ਇਸ ਕਦਰ ਲੈ ਕੇ ਜਾਣਾ ਸਹੀ ਨਹੀਂ ਸੀ, ਕਿਉਂਕਿ ਠਾਣਾ ਕੋਈ ਪਵਿੱਤਰ ਥਾਂ ਨਹੀਂ ਸੀ, ਅਸੀਂ ਇਸਤੇਮਾਲ ਕਰ ਰਹੇ ਹਾਂ ਉਹਨਾਂ ਨੂੰ। ਇੱਥੋਂ ਤੱਕ ਵੀ ਇਹਨਾਂ ਜਥੇਬੰਦੀਆਂ ਜਾਂ ਇਹਨਾਂ ਕਈ ਆਗੂਆਂ ਨੇ ਗੱਲ ਆਖੀ ਕਿ ਗੁਰੂ ਸਾਹਿਬ ਦੀ ਆੜ ਲੈ ਕੇ, ਗੁਰੂ ਸਾਹਿਬ ਦੇ ਪਿੱਛੇ ਖੜ ਕੇ ਜਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੀ ਸੀ ਜਥੇਬੰਦੀ ਅੰਮ੍ਰਿਤਪਾਲ ਦੀ, ਉਹ ਸਹੀ ਨਹੀਂ ਸੀ। ਇਹ ਸਾਰੇ ਹਾਲਾਤਾਂ ਤੇ ਚਰਚਾ ਕਰਾਂਗੇ ਕਿ ਗੁਰੂ ਸਾਹਿਬ ਨੂੰ ਲੈ ਕੇ ਜਾਣਾ ਸਹੀ ਸੀ ਜਾਂ ਗਲਤ ਸੀ, ਜੋ ਅੰਮ੍ਰਿਤਪਾਲ ਦੇ ਕਦਮ ਰਹੇ ਉਹ ਕਿਸ ਤਰੀਕੇ ਦੇ ਸੀ ਤੇ ਅੰਮ੍ਰਿਤਪਾਲ ਦਾ ਹੁਣ ਦਾ ਰੋਲ ਕੀ ਹੈ। ਸਾਡੇ ਨਾਲ ਮੌਜੂਦ ਨੇ ਗਗਨਦੀਪ ਗੁਰਾਇਆ ਜੀ, ਜਿਹੜੇ ਚਿੰਤਕ ਰਹਿੰਦੇ ਨੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ। ਗਗਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਮੇਸ਼ਾ ਤੁਸੀਂ ਚਾਹੇ ਸਿੱਖ ਮੁੱਦਾ ਹੋਵੇ, ਚਾਹੇ ਪੰਜਾਬ ਨਾਲ ਜੁੜਿਆ ਹੋਵੇ, ਤੁਸੀਂ ਉਹਨੂੰ ਲੈ ਕੇ ਆਪਣੇ ਵਚਨ ਕਰਦੇ ਰਹਿੰਦੇ ਹੋ, ਬੋਲਦੇ ਰਹਿੰਦੇ ਹੋ, ਜਾਂ ਜਿਹੜਾ ਆ ਸੁਚੇਤ ਰਹਿੰਦੇ ਹੋ ਹਮੇਸ਼ਾ। ਤੁਸੀਂ ਕਿਵੇਂ ਦੇਖਦੇ ਹੋ ਹਾਲਾਤ ਲਗਾਤਾਰ ਬਦ ਤੋਂ ਬੱਤਰ ਹੁੰਦੇ ਜਾ ਰਹੇ ਆ? ਬਹੁਤ ਸਾਰੇ ਜਿਹੜੇ ਨੇ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਨੇ ਉਹ ਇਸ ਗੱਲ ਦੀ ਨਿੰਦਾ ਕਰਦੇ ਨਜ਼ਰ ਆਉਂਦੇ ਨੇ ਕਿ ਮਹਾਰਾਜ ਸਰੂਪ ਲੈ ਕੇ ਜਾਣਾ ਗਲਤ ਸੀਗਾ, ਪਰ ਅੰਮ੍ਰਿਤਪਾਲ ਉੱਥੇ ਇਹ ਤਰਕ ਦਿੰਦੇ ਆ ਕਿ ਲੜਾਈ ਦੇ ਟਾਈਮ ਵੀ ਤਾਂ ਗੁਰੂ ਸਾਹਿਬ ਦਾ ਸਰੂਪ ਨਾਲ ਜਾਂਦਾ। ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਸਰ? ਦੇਖੋ, ਜਦੋਂ ਵਰਤਾਰੇ ਵਾਪਰਦੇ ਨੇ ਨਾ, ਉਹਨਾਂ ਨੂੰ ਬੜਾ ਇੱਕ ਵਾਈਡਰ ਕੰਸੈਪਟ 'ਚ ਲੈਣਾ ਪੈਂਦਾ। ਜਦੋਂ ਅਸੀਂ ਉਹਨੂੰ ਸ਼ਾਰਟ ਕੰਸੈਪਟ 'ਚ ਲੈਂਦੇ ਹਾਂ ਨਾ, ਕਈ ਗੱਲਾਂ ਸਾਨੂੰ ਪਿਕਚਰ ਕਲੀਅਰ ਨਹੀਂ ਹੁੰਦੀ। ਜਦੋਂ ਇਸ ਦੇ ਉੱਪਰ ਬੈਠ ਕੇ ਘੋਖ ਹੁੰਦੀ ਹੈ, ਸਮਝਦੇ ਹਾਂ, ਇਤਿਹਾਸਕ ਵਰਤਾਰਿਆਂ ਨੂੰ ਦੇਖਦੇ ਹਾਂ, ਹਿਸਟੋਰੀਕਲ ਇਵੈਂਟਸ ਨੂੰ ਦੇਖਦੇ ਹਾਂ, ਜਾਂ ਸਿੱਖੀ ਦਾ ਤਕਰੀਬਨ 550 ਸਾਲਾ ਪੁਰਾਤਨ ਇਤਿਹਾਸ ਦੇਖਦੇ ਹਾਂ, ਫਿਰ ਸਾਨੂੰ ਬਹੁਤ ਸਾਰੀਆਂ ਗੱਲਾਂ ਕਲੀਅਰ ਹੁੰਦੀਆਂ ਨੇ। ਕੇਵਲ ਅਸੀਂ ਇੱਕ ਵਰਤਾਰੇ ਨੂੰ ਲੈ ਕੇ ਉਹਦੇ ਉੱਪਰ ਰਿਐਕਟ ਕਰ ਦੇਣਾ, ਇਨਸਟੈਂਟ ਰਿਐਕਟ ਕਰਨਾ, ਇਹ ਬਹੁਤ ਖਤਰਨਾਕ ਗੱਲਾਂ ਨੇ। ਇਹ ਖਾਸ ਕਰਕੇ ਮੈਂ ਤਾਂ ਹੈਰਾਨ ਹੈ, ਕਈ ਬੜੇ ਸਿਆਣੇ ਲਿਖੇ 100 ਕਾਲੀ ਮੈਂ ਕਹਿ ਸਕਦਾ ਖੋਤੀ ਬੁੱਧੀਜੀਵੀ, ਉਸ ਵੀ ਇਸ ਵਰਤਾਰੇ ਨੂੰ ਬੜੇ ਅਜੀਬ ਜਾਣਤਾ। ਉਹਨਾਂ ਦੀ ਕੋਈ ਨਿੱਜੀ ਮਨਸ਼ਾ ਜਾਂ ਉਹ ਕੁਛ ਨਾ ਕੁਛ ਕਹਿ ਕੇ ਸਰਕਾਰਾਂ ਕੋਲੋਂ ਜਾਂ ਜਿਹੜੀ ਕਾਬਜ਼ ਧਿਰ ਉਸ ਕੋਲੋਂ ਕੁਛ ਲੈਣਾ ਚਾਹੁੰਦੇ ਨੇ। ਪਰ ਜਦੋਂ ਇਹਨੂੰ ਇਤਿਹਾਸ ਦੇ ਵਿੱਚੋਂ ਜਾਂ ਸਿੱਖੀ ਦੇ ਵਿੱਚੋਂ ਅਸੀਂ ਵੇਖਦੇ ਹਾਂ ਤਾਂ ਸਾਨੂੰ ਬਹੁਤ ਸਾਰੇ ਇੱਦਾਂ ਦੇ ਵਰਤਾਰੇ, ਇੱਦਾਂ ਦੀਆਂ ਹਿਸਟੋਰੀਕਲ ਇਵੈਂਟਸ ਜਿਹੜੇ ਹੈਗੇ ਨੇ, ਇਤਿਹਾਸਕ ਗੱਲਾਂ ਸਾਡੇ ਸਾਹਮਣੇ ਆਉਂਦੀਆਂ। ਦੇਖੋ, ਮੈਂ ਤਾਂ ਬਿਲਕੁਲ ਨਹੀਂ ਕਹਾਂਗਾ ਇੱਦਾਂ ਦਾ ਕੋਈ ਗਲਤ ਨਹੀਂ, ਗੱਲ ਸਮਝਣ ਦੀ ਗੱਲ ਹੁੰਦੀ ਹੈ। ਕਈ ਵਾਰੀ ਕੀ ਹੁੰਦਾ ਹੈ, ਲਕੀਰ ਵਾਹੀ ਹੁੰਦੀ ਨਾ, 6 ਜਾਂ 9 ਵਾਇਆ ਹੁੰਦਾ, ਜਿਹੜਾ ਪਰਲੇ ਪਾਸੇ ਦੇਖ ਰਿਹਾ ਉਹਨੂੰ ਹੋਰ ਤਰੀਕਾ ਨਜ਼ਰ ਆਉਂਦਾ, ਜਿਹੜੇ ਉਰਲੇ ਪਾਸੇ ਖੜ ਕੇ ਦੇਖ ਰਿਹਾ ਉਹਨੂੰ ਹੋਰ ਤਰੀਕਾ ਨਜ਼ਰ ਆਉਂਦਾ। ਚੀਜ਼ ਇਹਨੂੰ ਸਮਝਣਾ ਕਿਵੇਂ ਹੈ? ਤੁਸੀਂ ਗੱਲ ਕੀਤੀ ਹੈ ਕਿ ਜੋ ਅਜਨਾਲਾ ਘਟਨਾ ਵਾਪਰੀ ਉਹਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਜਾਣੇ, ਮੈਂ ਤਾਂ ਕਹਿੰਦਾ ਸਿੱਖ ਹਮੇਸ਼ਾ ਹੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਪੰਥ ਤੇ ਗ੍ਰੰਥ ਨੂੰ ਸੇ ਲੱਗ ਕਰਕੇ ਨਹੀਂ ਵੇਖ ਸਕਦੇ।
ਜੇ ਪੰਥ ਯਾਨੀ ਗਿਆਨ ਸਿੰਘ ਨੇ ਆਖਿਆ ਸੀ ਨਾ ਪੰਥ ਕੀ ਰਹੇਗੀ ਤਾਂ ਗ੍ਰੰਥ ਕੀ ਰਹੇਗੀ ਨਾਥ, ਅਗਰ ਪੰਥ ਹੀ ਨਾ ਰਹਾ ਤਾਂ ਗ੍ਰੰਥ ਕੌਣ ਮਾਨੇਗਾ। ਜੇ ਪੰਥ ਹੈ ਤਾਂ ਗੁਰੂ ਗ੍ਰੰਥ ਹੈ, ਜੇ ਗੁਰੂ ਗ੍ਰੰਥ ਹੈ ਤਾਂ ਪੰਥ ਹੈ। ਤੁਸੀਂ ਕੀ ਵੇਖਦੇ ਹੋ ਕਿ ਉੱਥੇ ਅਜਨਾਲੇ ਜਿਹੜਾ ਗਿਆ ਸੀ ਉਹ ਹਜੂਮ ਸੀ, ਉਹ ਮੰਡੀਰ ਸੀ, ਉਹ ਪੰਥ ਹੈ। ਇਹ ਆਪਣਾ ਸਮਝਣ ਦੀ ਗੱਲ ਹੈ। ਤੁਸੀਂ ਉਸ ਨੂੰ ਕੋਈ ਜਿਹੜੇ ਆਪਣੇ ਆਪਣੇ ਤਰੀਕੇ ਦੇ ਨਾਲ ਕੋਈ ਉਸਨੂੰ ਕੁਝ ਭੀੜ ਕਹੇਗਾ ਕੁਝ ਕਹੇਗਾ, ਪਰ ਮੈਂ ਕਹਿੰਦਾ ਪੰਥ ਸੀ। ਜੋ ਇੱਕ ਹੋਕੇ ਦੇ ਉੱਪਰ ਉੱਥੇ ਪਹੁੰਚਦਾ ਹੈ, ਉੱਥੇ ਉਹਨੂੰ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਅੱਜ ਸੰਕਟ ਹੈ ਜਾਂ ਪੰਜਾਬ ਦੇ ਵਿੱਚ ਕੁਝ ਇਦਾਂ ਦਾ ਮਾੜਾ ਵਾਪਰਿਆ। ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਵਹੀਰ ਆ, ਭਾਈ ਅੰਮ੍ਰਿਤਪਾਲ ਸਿੰਘ ਜਦੋਂ ਦੇ ਆਏ ਨੇ ਵਹੀਰ ਲੈ ਕੇ ਤੁਰ ਰਹੇ, ਖਾਲਸਾ ਵਹੀਰ ਸਾਰੇ ਪੰਜਾਬ ਦੇ ਵਿੱਚ। ਮੇਰਾ ਖਿਆਲ ਹੈ ਸ਼ਾਇਦ ਮਾਝਾ ਜਾਂ ਦੁਆਬਾ ਆਲਮੋਸਟ ਕਵਰ ਹੋ ਗਿਆ, ਮਾਲਵਾ ਰਹਿੰਦਾ ਹਜੇ। ਤੇ ਸਾਰੇ ਜਿਸ ਦਿਨ ਤੋਂ ਸਤੰਬਰ ਦੇ ਵਿੱਚ ਪਾਹੁਲ ਲਈ ਉਹਨਾਂ ਨੇ ਖੰਡੇ ਦੀ, ਉਸ ਤੋਂ ਬਾਅਦ ਪੜਾਅ ਦਰ ਪੜਾਅ ਹਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅੰਮ੍ਰਿਤ ਸੰਚਾਰ ਹੋ ਰਿਹਾ। ਤੇ ਗੁਰੂ ਗ੍ਰੰਥ ਸਾਹਿਬ ਦਾ ਓਟ ਆਸ, ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਤਾਂ ਗਏ ਹੀ ਨਹੀਂ, ਕਿਤੇ ਵੀ ਗਏ ਨੇ। ਭਾਵੇਂ ਸ਼ਹੀਦੀ ਜੋੜ ਮੇਲ ਫਤਿਹਗੜ੍ਹ ਸਾਹਿਬ ਹੈ, ਭਾਵੇਂ ਚਮਕੌਰ ਸਾਹਿਬ ਹੈ, ਜਾਂ ਹੁਣ ਅੱਗੇ ਵਿਸਾਖੀ ਆਉਣੀ ਹੈ ਜਾਂ ਹੋਲਾ ਮਹੱਲਾ ਆਉਣਾ ਹੈ, ਹਰ ਜਗ੍ਹਾ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ ਥੱਲੇ ਗਏ ਨੇ। ਤੇ ਕੀ ਗੱਲ, ਜੇ ਉਹ ਪੰਥ ਦੀ ਗੱਲ ਸੀ, ਜੇ ਉੱਥੇ ਕੁਝ ਗਲਤ ਹੋਇਆ, ਉੱਥੇ ਜਾਣਾ ਸੀ, ਤਾਂ ਗੁਰੂ ਗ੍ਰੰਥ ਨੂੰ ਨਾਲ ਲੈ ਕੇ ਗਏ। ਇਹਦੇ ਵਿੱਚ ਮਾੜਾ ਕੀ ਹੈ? ਤੁਸੀਂ ਓਟ ਆਸਰੇ ਦੀ ਗੱਲ ਕਰਦੇ ਹੋ, ਠੀਕ ਹੈ, ਸਿੱਖ ਹਮੇਸ਼ਾ ਓਟ ਆਸਰੇ ਨਾਲ ਚੱਲਦਾ, ਪਰ ਇੱਥੇ ਗੱਲ ਓਟ ਆਸਰੇ ਦੀ ਨਹੀਂ ਸੀ, ਇੱਥੇ ਆੜ ਦੀ ਗੱਲ ਸੀ, ਇੱਥੇ ਸਹਾਰੇ ਦੀ ਗੱਲ ਸੀ, ਇੱਥੇ ਇੱਕ ਪਿੱਛੇ ਝੁੱਕ ਕੇ ਜਾਣ ਦੀ ਗੱਲ ਸੀ। ਇੱਥੇ ਪੰਥ ਨਹੀਂ, ਦੇਖੋ ਮੈਂ ਉਹੀ ਗੱਲ ਕਹਿੰਦਾ, ਸ਼ਬਦਾਵਲੀ ਸ਼ਬਦਾਂ ਦੇ ਵਿੱਚ ਹੇਰ-ਫੇਰ ਹੋ ਜਾਂਦਾ ਹੁੰਦਾ ਹੈ। ਓਟ ਆਸਰੇ ਤੇ ਆੜ 'ਚ ਬੜਾ ਫਰਕ ਹੈ। ਆੜ ਲੈਣਾ ਹੁੰਦਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਬਿਲਕੁਲ ਅੱਗੇ ਕਰਦਾ ਆਪ ਅੱਗੇ। ਜਦੋਂ ਕੋਈ ਇਦਾਂ ਦਾ, ਚਲੋ ਇਹ ਚੰਗੀ ਗੱਲ ਹੈ, ਮੈਂ ਧੰਨਵਾਦ ਕਰਦਾ ਭਾਵੇਂ ਪੰਜਾਬ ਸਰਕਾਰ ਹੈ ਜਾਂ ਪ੍ਰਸ਼ਾਸਨ ਹੈ ਜਾਂ ਪੁਲਿਸ ਪ੍ਰਸ਼ਾਸਨ ਹੈ ਕਿ ਉੱਥੇ ਇਦਾਂ ਦੀ ਗੱਲ ਨਹੀਂ ਹੁੰਦੀ। ਜਿਹੜੇ ਇੰਨੀ ਗੱਲ ਬੋਲ ਰਹੇ ਨੇ, ਇਹ ਚਾਹੁੰਦੇ ਨੇ ਕਿ ਉੱਥੇ ਇਦਾਂ ਹਾਲਾਤ ਹੋਣ। ਜੇ ਇਦਾਂ ਹੋ ਜਾਂਦਾ, ਜੇ ਇਦਾਂ ਹੋ ਜਾਂਦਾ, ਜੇ ਤਾਂ ਬਹੁਤ ਸੀ, ਜੇ ਸਤਯੁਗ ਹੁੰਦਾ, ਜੇ ਕਲਯੁਗ ਹੁੰਦਾ, ਜੇ ਇਦਾਂ ਨਾ ਹੁੰਦਾ, ਜੇ ਇੱਥੇ ਗੁਰੂ ਨਾਨਕ ਸਾਹਿਬ ਅਵਤਾਰ, ਬਹੁਤ ਸਾਰੀਆਂ ਗੱਲਾਂ ਹੁੰਦੀਆਂ। ਜੇ ਇਦਾਂ ਨਾ ਹੁੰਦਾ, ਜੇ ਇਦਾਂ ਨਾ ਹੁੰਦਾ, ਜੇ ਨਹੀਂ ਕਿਸੇ ਨੇ ਵਿਆਹੀ ਹੈਗੀ, ਜੇ ਇਦਾਂ ਹੋ ਜਾਂਦਾ। ਉਹ ਚਾਹੁੰਦੇ ਨੇ ਕਿ ਜੇ ਉੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾ ਹੁੰਦਾ ਤਾਂ ਉੱਥੇ ਕਲੈਸ਼ ਹੋ ਜਾਂਦਾ ਜਾਂ ਗੋਲੀਬਾਰੀ ਹੋ ਜਾਂਦੀ। ਮੈਂ ਕਹਿੰਦਾ ਵੀ ਦੂਜੇ ਪਾਸੇ ਲਾ ਕੇ ਦੇਖੀਏ, ਉਹ ਕਹਿੰਦੇ ਜੇ ਉੱਥੇ ਗੋਲੀਬਾਰੀ ਹੋ ਜਾਂਦੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣੀ ਸੀ। ਮੈਂ ਕਹਿੰਦਾ ਜੇ ਗੱਲ ਨੂੰ ਆਪਾਂ ਇਦਾਂ ਲਾ ਲਈਏ ਕਿ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾ ਹੁੰਦੇ, ਉਹਨਾਂ ਦਾ ਓਟ ਆਸਰਾ ਨਾ ਹੁੰਦਾ, ਉਹਨਾਂ ਦੀ ਛਤਰ ਛਾਇਆ ਨਾ ਹੁੰਦੀ, ਤਾਂ ਉੱਥੇ ਹੋ ਸਕਦਾ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਜਾਂ ਉੱਥੇ ਪੁਲਿਸ ਜੋ ਹੈਗੀ ਸੀ, ਹੋ ਸਕਦਾ ਉਹਨਾਂ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ, ਹੋ ਸਕਦਾ ਉਸ ਤਰੀਕੇ ਨਾਲ ਅਟੈਕ ਕਰ ਦਿੰਦੇ, ਹੋ ਸਕਦਾ ਗੋਲੀਬਾਰੀ ਹੋ ਜਾਂਦੀ, ਹੋ ਸਕਦਾ ਉਹ ਗੋਲੀਆਂ ਚਲਾ ਦਿੰਦੇ, ਤਾਂ ਉਹ 'ਚ 10 20 50 100 ਨੌਜਵਾਨ ਪੰਜਾਬ ਦਾ ਮਾਰਿਆ ਜਾਂਦਾ। ਫਿਰ ਇਹ ਖੁਸ਼ ਹੋ ਜਾਣੇ ਸੀ, ਫਿਰ ਇਹ ਖੁਸ਼ੀਆਂ ਮਨਾਉਂਦੇ ਕਿ ਠੀਕ ਹੈ ਜੀ, ਫਿਰ ਇਹਨਾਂ ਉਦੋਂ ਹੀ ਦੂਜੇ ਪਾਸੇ ਹੋ ਜਾਣਾ ਸੀ। ਇਹਨਾਂ ਦੇ ਮਿਨਿਸਟਰ ਤਾਂ ਗੱਲ ਕਹਿੰਦੇ ਹੀ ਨੇ, ਉਹ ਤਾਂ ਕਹਿ ਹੀ ਰਹੇ ਨੇ। ਲਾਲਜੀ ਭੁੱਲਰ ਹੋਣਾ ਨਾਲ ਸਾਡੀ ਗੱਲ ਹੁੰਦੀ, ਉਹ ਕਹਿੰਦੇ ਨੇ, ਕਹਿੰਦੇ ਜੇ ਗੁਰੂ ਸਾਹਿਬ ਨਾ ਹੁੰਦੇ ਤਾਂ ਹੋ ਸਕਦਾ ਸੀ ਪੁਲਿਸੇ ਕਾਰਵਾਈ ਕਰਦੀ, ਹਾਲਾਤ ਬਹਿਬਲ ਕਲਾਂ ਤੋਂ ਵੀ ਮਾੜੇ ਹੋ ਜਾਣੇ ਸੀ। ਫਿਰ ਤੁਸੀਂ ਕਹਿਣਾ ਸੀ ਕਿ ਸਰਕਾਰ ਨੇ ਕਾਰਵਾਈ ਕਰਾਤੀ, ਗੋਲੀ ਚਲਵਾਤੀ। ਦੇਖੋ ਇਹਨੂੰ ਹੁਣ ਉਹੀ ਗੱਲ ਹੈ, ਉਹ ਕਹਿੰਦੇ ਵੀ ਜੇ ਨਾ ਹੁੰਦੀ ਤਾਂ ਫਿਰ ਅਸੀਂ ਕਰਦੇ, ਕਰਨ ਵਾਲੇ ਕੌਣ ਸੀ? ਉਹੀ ਸੀ ਨਾ। ਮੈਂ ਫਿਰ ਵੀ ਧੰਨਵਾਦ ਕਰਦਾ ਵੀ ਚੰਗੀ ਗੱਲ ਹੈ। ਦੇਖੋ ਉਹਨਾਂ ਦੇ ਵਿੱਚ ਭਾਵੇਂ ਪੁਲਿਸ ਵਾਲੇ ਉਹ ਵੀ ਗੁਰਸਿੱਖ ਨੇ, ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦੇ ਹੋਣਗੇ, ਮੱਥਾ ਟੇਕਦੇ ਹੋਣਗੇ। ਤੇ ਜੇ ਇਦਾਂ ਨਾ ਹੁੰਦਾ ਤਾਂ ਫਿਰ ਅਸੀਂ ਇਹ ਕੰਮ ਕਰਦੇ। ਇੱਥੋਂ ਇੰਟੈਂਸ਼ਨ ਪਤਾ ਲੱਗ ਰਹੀ ਹੈ ਨਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਕਰਕੇ ਨਹੀਂ ਕੀਤਾ ਹੈਗਾ। ਮੈਨੂੰ ਦੱਸੋ ਗਲਤ ਕੀ ਸੀ? ਜੇ ਨਜਾਇਜ਼ ਪਰਚਾ ਹੋਇਆ, ਉਹਦੇ ਬਾਰੇ ਹੱਕ ਲੈਣ ਲਈ ਉੱਥੇ ਕੋਈ ਵਾਇਲੈਂਸ ਤਾਂ ਹੋਈ ਨਹੀਂ ਹੈਗੀ। ਜੇ ਵਾਇਲੈਂਸ ਥੋੜੀ ਬਹੁਤੀ ਮੁੱਠਭੇੜ ਹੋ ਗਈ, ਜੇ ਉਹਨਾਂ ਨੇ ਬੈਰੀਕੇਡ ਲਾਏ ਤਾਂ ਇਹਨਾਂ ਨੇ ਬੈਰੀਕੇਡ ਹਟਾਤੇ। ਗੁਰੂ ਕਹਿੰਦੇ ਥਾਣੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣਾ ਗਲਤ ਹੈ। ਜਿੱਥੇ ਥਾਣਿਆਂ ਦੇ ਵਿੱਚ ਜਾਂ ਪੁਲਿਸ ਲਾਈਨ ਦੇ ਵਿੱਚ ਜਿੱਥੇ ਪੁਲਿਸ ਦੀ ਨਫਰੀ ਹੈ, ਉੱਥੇ ਗੁਰਦੁਆਰੇ ਬਣੇ ਨੇ। ਹੁਣੀ ਰੀਸੈਂਟਲੀ ਤੁਸੀਂ ਦੇਖ ਰਹੇ ਹੋ, ਮੇਰਾ ਖਿਆਲ ਆਈ ਥਿੰਕ ਫਾਜ਼ਿਲਕਾ ਦੇ ਵਿੱਚ ਉੱਥੋਂ ਦੇ SSP ਨੇ, ਉਹਨਾਂ ਨੇ ਉੱਥੇ ਬਹੁਤ ਸ਼ਾਨਦਾਰ ਲਗਭਗ 1.5 ਕੇ 2 ਕਰੋੜ ਰੁਪਏ ਦਾ ਲਾ ਕੇ ਬਹੁਤ ਸੋਹਣਾ ਗੁਰਦੁਆਰਾ ਬਣਾਇਆ ਪੁਲਿਸ ਲਾਈਨ ਦੇ ਵਿੱਚ। ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਗੁਰਦੁਆਰੇ ਨੇ। ਪੁਰਾਤਨ ਸਮੇਂ ਦੇ ਵਿੱਚ ਜੰਗਾਂ ਯੁੱਧਾਂ ਦੇ ਵਿੱਚ ਲੈ ਕੇ ਜਾਂਦੇ ਹੁੰਦੇ ਸੀ ਗੁਰੂ ਗ੍ਰੰਥ ਸਾਹਿਬ ਨੂੰ। ਹੁਣ ਵੀ ਝੰਡੇ ਦੀ ਜਿਸ ਝੰਡੇ ਦਾ ਰੌਲਾ ਪਾਇਆ ਸੀ, ਜਿਸ ਨਿਸ਼ਾਨ ਦਾ ਰੌਲਾ ਪਾਇਆ ਸੀ 26 ਜਨਵਰੀ 2021 ਨੂੰ, ਉਹੀ ਨਿਸ਼ਾਨ ਸਾਹਿਬ ਨੂੰ ਲੈ ਕੇ ਉਹਦੀ ਅਗਵਾਈ ਦੇ ਵਿੱਚ ਜੰਗ ਲੜਨ ਜਾਂਦੇ ਨੇ। ਜੰਗ ਦੇ ਵਿੱਚ ਜਾਂਦੇ ਨੇ, ਠੀਕ ਹੈ, ਆਪਾਂ ਮੰਨਦੇ ਆ ਵੀ ਗੁਰੂ ਸਾਹਿਬ ਨੂੰ ਲੈ ਕੇ ਅਸੀਂ ਚਾਹੇ ਪੁਰਾਣੀਆਂ ਜੰਗਾਂ World War I 2 ਦੇਖੀਆਂ ਨੇ, ਉਹ 'ਚ ਸਭ ਕੁਛ ਇਹ ਹੋਇਆ, ਸਿਰਾਂ ਤੇ ਰੱਖ ਕੇ ਜਾਂਦੇ, ਤਸਵੀਰਾਂ ਵੀ ਦੇਖੀਆਂ ਨੇ। ਪਰ ਇਹ ਕੋਈ ਜੰਗ ਸੀ? ਜੰਗ ਲੜਨ ਜਾ ਰਹੇ ਸੀ ਵੀ ਉਹ ਲੈ ਕੇ ਜਾਣਾ ਸੀ? ਇਹਨਾਂ ਦੇ ਕਹਿਣ ਮੁਤਾਬਕ ਕਿ ਉੱਥੇ ਕਲੈਸ਼ ਹੋਣਾ ਸੀ। ਮੈਂ ਤਾਂ ਕਹਿੰਦਾ ਆਮ ਹਾਲਾਤ ਸੀ। ਮੈਂ ਤਾਂ ਇੱਥੇ ਗੱਲ ਕਹਿ ਰਿਹਾ ਕਿ ਭਾਵੇਂ ਹਾਲਾਤ ਨੋਰਮਲ ਸੀ, ਭਾਵੇਂ ਉੱਥੇ ਕਲੈਸ਼ ਸੀ, ਕੁਛ ਵੀ, ਗੁਰੂ ਸਾਹਿਬ ਤੋਂ ਬਿਨਾਂ ਤਾਂ ਸਿੱਖ ਤੁਰਦਾ ਹੀ ਨਹੀਂ ਹੈਗਾ। ਜਦੋਂ ਖਾਸ ਕਰਕੇ ਵਹੀੜ ਦੇ ਰੂਪ ਵਿੱਚ ਤੁਰਨਾ, ਇੱਕ ਖਾਲਸਾ ਮਾਰਚ ਦੇ ਰੂਪ ਦੇ ਵਿੱਚ ਤੁਰਨਾ, ਜਦੋਂ ਕਹਿੰਦੇ ਨੇ ਬੇਅਦਬੀ, ਜਦੋਂ ਨਗਰ ਕੀਰਤਨ ਕੱਢਦੇ ਆ, ਜਦੋਂ ਖਾਲਸਾ ਮਾਰਚ ਕੱਢਦੇ ਆ, ਜਦੋਂ, ਤੇ ਉੱਥੇ ਕੀ ਗੱਲ, ਉੱਥੇ ਜੋ ਰਸਤੇ ਦੇ ਵਿੱਚ ਕਹਿੰਦੇ ਉੱਥੇ ਕੁਛ ਵੀ, ਬੜੇ ਅੱਜ ਕੱਲ੍ਹ ਪ੍ਰਚਾਰਕ ਬੋਲਦੇ ਨੇ ਉੱਥੇ ਵੀ ਐਦਾਂ ਦਾ ਹਾਲਾਤ ਹੁੰਦੇ ਹੋਣਗੇ, ਉੱਥੇ ਸ਼ਰਾਬਾਂ ਹੋਣਗੀਆਂ। ਤੇ ਜਿਸ ਘਰਾਂ ਦੇ ਵਿੱਚ ਗੁਰੂ ਅਖੰਡ ਪਾਠ ਸਾਹਿਬ ਰਖਵਾ ਕੇ ਉਸ ਤੋਂ ਬਾਅਦ ਸ਼ਰਾਬਾਂ ਤੁਸੀਂ ਪੀਂਦੇ ਹੋ, ਉਦੋਂ ਤੁਹਾਡੀ ਬੇਅਦਬੀ ਕਿੱਥੇ ਜਾਂਦੀ ਹੈ? ਜਦੋਂ ਨਗਰ ਕੀਰਤਨ ਨਿਕਲਦਾ, ਤੁਹਾਨੂੰ ਪਤਾ ਨਹੀਂ ਹੁੰਦਾ ਆਲੇ ਦੁਆਲੇ ਜਿਸ ਦੁਕਾਨਾਂ ਦੇ ਵਿੱਚ ਕੀ ਪਿਆ, ਉੱਥੇ ਬੀੜੀ ਸਿਗਰਟ ਜਰਦਾ ਹੈ ਕਿ ਨਹੀਂ। ਜਦੋਂ ਗੁਰੂ ਗ੍ਰੰਥ ਸਾਹਿਬ ਦਾ ਮਾਰਚ ਹੁੰਦਾ ਹੈ, ਇੱਕ ਨਗਰ ਕੀਰਤਨ ਨਿਕਲਦਾ, ਆਲੇ ਦੁਆਲੇ ਸਭ ਕੁਝ ਸ਼ੁੱਧ ਹੁੰਦਾ। ਇਹ ਮੈਂ ਇਹਨਾਂ ਨੂੰ ਸਵਾਲ ਕਰਨਾ ਹੈ। ਚੰਗੀ ਗੱਲ ਹੈ ਉੱਥੇ ਨਹੀਂ ਹੋਇਆ, ਪਰ ਜੇ ਇਟ ਮੀਨਸ ਕਿ ਇਹ ਚਾਹੁੰਦੇ ਨੇ ਕਿ ਗੁਰੂ
ਜਿਹੜਾ ਪੰਥ ਹੈ ਜਾਂ ਗੁਰੂ ਦਾ ਸਿੱਖ ਹੈ ਉਹ ਗੁਰੂ ਗ੍ਰੰਥ ਸਾਹਿਬ ਨੂੰ ਨਾਲ ਲੈ ਕੇ ਜਾਵੇ। ਜਿਹਨੇ ਮੈਂ ਗੱਲ ਕਰਦਾ ਤੁਸੀਂ ਨਾਮ ਲਿਆ, ਪਰ ਇੱਥੇ ਰੱਬ ਦੀ ਗੱਲ ਨਹੀਂ ਜਾਂ ਠੀਕ ਆ ਤੁਸੀਂ ਕਹਿੰਦੇ ਹੋ ਨਾਲ ਲੈ ਕੇ ਜਾਣਾ ਬਣਦਾ ਆ, ਪਰ ਇੱਥੇ ਗੱਲ ਆਉਂਦੀ ਹੈ ਨਿੱਜੀ ਸਵਾਰਥਾਂ ਦੀ। ਨਿੱਜੀ ਸਵਾਰਥ ਪਿੱਛੇ ਤੁਸੀਂ ਜਾਂਦੇ ਹੋ, ਤੁਹਾਡੇ ਆਪਣੇ ਬੰਦੇ ਫੜੇ ਗਏ, ਤੁਸੀਂ ਗੁਰੂ ਨੂੰ ਲੈ ਕੇ ਜਾਂਦੇ ਹੋ ਉੱਥੇ ਤੱਕ ਤਾਂ ਫਿਰ ਤੁਸੀਂ ਮਾਰਚ ਕਰਨਾ ਖੁਦ ਕਰ ਸਕਦੇ ਸੀ, ਫਿਰ ਕੀ ਲੋੜ ਪੈਂਦੀ ਹੈ ਲੈ ਕੇ ਜਾਣ ਦੀ? ਦੇਖੋ ਪਹਿਲੀ ਗੱਲ ਤਾਂ ਇਹ ਨਿੱਜੀ ਸਵਾਰਥ ਨਹੀਂ ਕਿਸੇ ਦਾ, ਉਹਦੀ ਕੋਈ ਜ਼ਮੀਨ ਜਾਇਦਾਦ ਦਾ ਰੌਲਾ ਨਹੀਂ, ਉਹਦੇ ਕੋਈ ਘਰ ਦੀ ਕੋਈ ਜੇ ਗੱਲ ਕਹੀਏ ਤਾਂ ਉਹਦੇ ਕੋਲ ਆਪਣਾ ਪਰਸਨਲ ਜ਼ਮੀਨ ਦੀ ਵੱਟ ਦਾ ਰੌਲਾ ਨਹੀਂ ਹੈਗਾ ਜਿਹਦੇ ਕਰਕੇ ਆਇਆ ਭਾਈ ਅੰਮ੍ਰਿਤਪਾਲ ਸਿੰਘ ਜੀ ਉੱਥੇ। ਇਹ ਸਿਰਫ ਜਿਹੜੀਆਂ ਸਰਕਾਰਾਂ ਹੁੰਦੀਆਂ, ਸਰਕਾਰਾਂ ਦੀ ਮਨਸ਼ਾ ਹੁੰਦੀ ਹੈ ਗੱਲ ਇਹਨੂੰ ਨਿੱਜੀ ਕਰ ਦੇਣੀ। ਗੱਲ ਕੌਮ ਦੀ ਹੈ, ਗੱਲ ਪੰਥ ਦੀ ਹੈ, ਗੱਲ ਪੰਜਾਬ ਦੀ ਹੈ। ਜੇ ਝੂਠਾ ਮੈਨੂੰ ਇੱਕ ਗੱਲ ਦੱਸੋ, ਅੱਜ ਕੱਲ੍ਹ ਬਹੁਤ ਸਾਰੇ ਤੁਸੀਂ ਦੇਖੋ ਆਮ ਲੋਕਾਂ ਦੇ ਨਾਲ ਇੰਨਾ ਕੁਝ ਹੋ ਜਾਂਦਾ, ਕਤਲ ਤੱਕ ਹੋ ਜਾਂਦੇ ਨੇ। ਕਿੰਨੇ ਕੁ ਪਰਚੇ ਦਰਜ ਹੋ ਰਹੇ ਨੇ ਜੀ, ਕਿੰਨੀਆਂ ਬੇਅਦਬੀਆਂ ਹੋ ਰਹੀਆਂ, ਕਿੰਨੇ ਲੋਕਾਂ ਦੇ ਨਾਲ ਵਧੀਕੀਆਂ ਹੋ ਰਹੀਆਂ, ਸਰਕਾਰਾਂ ਵਧੀਕੀਆਂ ਕਰ ਰਹੀਆਂ, ਕਿੰਨੀ ਜਲਦੀ ਪਰਚਾ ਦਰਜ ਹੋ ਜਾਂਦਾ। ਇਹ ਸਿਰਫ ਇੱਕ ਸਿੰਪਲ ਕੰਪਲੇਂਟ। ਹੁਣ ਬੰਦੇ ਨੂੰ ਵਰਤਿਆ ਗਿਆ, ਕਿਸ ਪਰਪਸ ਲਈ ਵਰਤਿਆ ਗਿਆ? ਮੈਂ ਤੁਹਾਨੂੰ ਦੱਸਦਾ ਛੋਟੀ ਜਿਹੀ ਗੱਲ। ਯੂਪੀ ਦੇ ਵਿੱਚ ਇੱਕ ਇਲਾਕਾ ਹੈ, ਉੱਥੇ ਕੋਈ ਮੁਸਲਿਮ ਹੈ, ਉਹ ਬਹੁਤ ਦੇਰ ਤੋਂ ਮੈਂਬਰ ਪਾਰਲੀਮੈਂਟ ਵੀ ਹੈ, ਤਾਂ ਚੰਗਾ ਉਸ ਬੰਦੇ ਦਾ ਆਧਾਰ ਹੈ, ਮੈਂ ਸਮਝ ਜਾਣਗੇ ਸਾਰੇ ਕੁਝ, ਮੈਂ ਜਿਵੇਂ ਨਾ ਲਵਾਂ ਉਹਨਾਂ ਦਾ, ਤਾਂ ਉਹਨੂੰ ਸਿਰਫ ਬਦਨਾਮ ਕਰਨ ਵਾਸਤੇ ਉਹਦੇ ਪਰ ਪਰਚਾ ਕੀ ਕਰਾਇਆ ਕਿ ਬੱਕਰੀ ਚੋਰੀ ਦਾ ਜੀ, ਉਹਦੇ ਮੁੰਡੇ ਦੇ ਪਰਚਾ ਕੀ ਪਾਇਆ ਸਾਈਕਲ ਚੋਰੀ ਦਾ। ਇਹਦੀਆਂ ਮਨਸ਼ਾ ਦੋ ਹੁੰਦੀਆਂ ਸਰਕਾਰ ਦੀਆਂ ਕਿ ਜੇ ਅਸੀਂ ਵੱਡਾ ਪਰਚਾ ਪਾਵਾਂਗੇ ਤਾਂ ਪੂਰੀ ਕਮਿਊਨਿਟੀ ਜਿਹੜੀ ਹੈਗੀ ਆ ਉਹਨਾਂ ਦੇ ਹੱਕ 'ਚ ਆਏਗੀ। ਐਸਾ ਇੱਕ ਇੰਡੀਵਿਜੂਅਲੀ ਇੱਕ ਪਰਸਨਲ ਨਿੱਜੀ ਪਰਚਾ ਪਾ ਦਿਓ ਜਿਹਦੇ ਵਿੱਚ ਬਦਨਾਮੀ ਹੋ ਜਾਵੇ। ਹੁਣ ਤੁਸੀਂ ਦੇਖੋ ਜਿਹੜਾ ਬੰਦਾ ਇੰਨੀ ਵਾਰੀ ਮੈਂਬਰ ਪਾਰਲੀਮੈਂਟ ਰਹਿ ਚੁੱਕਿਆ ਹੋਵੇ, ਜਿਸ ਦਾ ਇੱਕ ਆਧਾਰ ਹੋਵੇ ਪੂਰੀ ਕਮਿਊਨਿਟੀ ਦੇ ਉੱਪਰ, ਉੱਥੇ ਆਧਾਰ ਹੋਵੇ, ਮਾਈਨੋਰਟੀਜ਼ ਦੇ ਵਿੱਚ ਬੈਠਾ ਹੋਵੇ, ਉਹਦੇ ਉੱਪਰ ਜਾਂ ਉਹਦੇ ਮੁੰਡੇ ਦੇ ਉੱਪਰ ਇੱਕ ਸਾਈਕਲ ਚੋਰੀ ਦਾ ਪਰਚਾ ਪਾ ਦੇਣਾ ਜਾਂ ਉਹਦੇ ਉੱਪਰ ਇੱਕ ਬੱਕਰੀ ਚੋਰੀ ਦਾ ਪਰਚਾ ਪਾ ਦੇਣਾ, ਵੈਦਰ ਇਟਸ ਰਿਲਾਇਬਲ। ਇਹੀ ਗੱਲ ਇੱਥੇ ਹੋਈ ਹੈ। ਹੁਣ 20 ਜਾਣੇ ਅਣਪਛਾਤੇ ਜੀ, ਇੱਕ ਬੰਦਾ 30 35 40 ਬੰਦੇ ਉਹਨੂੰ ਕੁੱਟਣ ਵਾਸਤੇ ਇਹਨਾਂ ਨੇ ਦਿਖਾਤਾ। ਇਹ ਦਿਖਾਉਣ ਵਾਸਤੇ ਇੱਕ ਦਿਖਾਣਾ ਸੀ ਕਿ ਮਨਸ਼ਾ ਪੰਜਾਬ ਦੇ ਵਿੱਚ ਕੀ ਦੇਖੋ ਜੀ, ਇੱਕ ਬੰਦਾ ਬਿਲਕੁਲ ਨਿਹੱਥ ਹੈ, ਉਹਦੇ ਉੱਪਰ 35 ਜਣੇ ਪੈ ਗਏ। ਕੌਣ 35 ਜਣੇ ਮੈਨੂੰ ਦੱਸੋ ਪੰਜਾਬ 'ਚ ਕੌਣ ਪੈਂਦਾ ਹੈ ਇੱਥੇ? ਜੇ ਵੈਸੇ ਜੇ ਗੱਲ ਹੋਈ ਵੀ ਹੋਏਗੀ, ਤੁਸੀਂ ਕੀ ਮੰਨਦੇ ਹੋ ਕਿ ਕਿਹਨੂੰ ਦੇਖਦੇ ਹੋ ਇਸ ਉੱਤੇ ਕਿ ਠੀਕ ਹੈ ਇੱਕ ਬੰਦਾ ਇਲਜ਼ਾਮ ਲਾ ਰਿਹਾ ਕਿ ਵਾਕਈ ਉਹ ਬੋਲ ਰਿਹਾ ਜਾਂ ਸਕ੍ਰਿਪਟ ਪੜ੍ਹ ਰਿਹਾ? ਨਹੀਂ, ਸਕ੍ਰਿਪਟ ਪੜ੍ਹ ਰਿਹਾ, ਬਿਲਕੁਲ ਸ਼ੋਰ ਹੈ ਜੀ। ਦੇਖੋ ਫਿਰ ਇਮੀਡੀਏਟਲੀ ਸਰਕਾਰ 5-7 ਬੰਦੇ ਨੋਮੀਨੇਟ ਕਰ ਦਿੰਦੀ ਹੈ ਬਾਈ ਨੇਮ, ਫਿਰ ਉਹਦੇ ਵਿੱਚੋਂ ਕਹਿੰਦੇ ਜੀ ਸਾਨੂੰ ਬਾਅਦ 'ਚ ਪਹਿਲਾਂ ਕਿਉਂ ਨਹੀਂ ਸਬੂਤ ਮਿਲਿਆ ਜੀ? ਪਹਿਲਾਂ ਜਦੋਂ ਤੁਸੀਂ ਐਕਸ਼ਨ ਲੈ ਰਹੇ ਹੋ, ਤੁਸੀਂ ਉਦੋਂ ਕਿਉਂ ਨਹੀਂ ਇਨਕੁਆਇਰੀ ਕੀਤੀ? ਉਦੋਂ ਤੁਹਾਡੀ ਇਨਵੈਸਟੀਗੇਸ਼ਨ ਕੀਤੀ ਸੀ। ਉਸ ਤੋਂ ਬਾਅਦ ਉੱਥੇ 20-25 ਬੰਦੇ ਤੁਸੀਂ ਅਣਪਛਾਤੇ ਲਿਖ ਦਿੰਦੇ ਹੋ, ਉਹਦਾ ਮਤਲਬ ਸ਼ਿਕਾਰ ਖੇਡਣਾ ਸੀ ਨਾ। ਜਿਹੜਾ ਸਾਨੂੰ ਦਿਲ ਕਰੇਗਾ, ਜਿਹੜਾ ਕੁਝ ਬੋਲੇਗਾ ਉਹਦੇ ਅਗੇਂਸਟ ਠਾਹ ਪਰਚਾ ਉਹਦੇ ਵਿੱਚ ਲਾ ਦਾਂਗੇ। ਸ਼ਿਕਾਰ ਖੇਡਣਾ ਸੀ ਸਰਕਾਰ ਦੀ ਮਨਸ਼ਾ, ਫਿਰ ਜਦ ਦੁਬਾਰਾ ਇਹ ਸਾਰੀ ਘਟਨਾ ਵਾਪਰੀ ਆ ਫਿਰ ਤਾਂ ਕਲੀਅਰ ਹੋ ਗਿਆ ਸ਼ਿਕਾਰ ਕਿਹੜਾ ਤੇ ਸ਼ਿਕਾਰੀ ਕਿਹੜਾ। ਫਿਰ ਕਿਉਂ ਨਹੀਂ ਪਰਚਾ ਪਾਇਆ ਗਿਆ? ਫਿਰ ਕਿਉਂ FIR ਨਹੀਂ ਦਰਜ ਹੁੰਦੀ? ਕਿਸ ਦੇ ਉੱਪਰ? ਅੰਮ੍ਰਿਤਪਾਲ ਦੇ ਉੱਤੇ ਜਾਂ ਉਹਨਾਂ ਸਾਥੀਆਂ ਦੇ? ਨਹੀਂ ਦੇਖੋ, ਇਹ ਨਾ ਸਰਕਾਰਾਂ ਕੋਲ ਬਹੁਤ ਚਾਲਾਂ ਹੁੰਦੀਆਂ। ਸਰਕਾਰਾਂ ਦੀਆਂ ਖਾਸ ਕਰਕੇ ਜਿਵੇਂ ਕਹਾਂ ਏਜੰਸੀਆਂ ਬੜੀਆਂ ਤਰੀਕੇ ਨਾਲ ਕੰਮ, ਸਾਮ ਦਾਮ ਦੰਡ ਭੇਦ, ਉਹਨਾਂ ਕੋਲ ਤਰੀਕਾ ਹੁੰਦਾ ਕਿਸ ਤਰੀਕੇ ਨੂੰ ਕਿਸ ਦਬਾਉਣਾ। ਜਦੋਂ ਉਹਨਾਂ ਨੇ ਦੇਖਣਾ ਕਿਸੇ ਨੂੰ ਪਿਆਰ ਨਾਲ, ਕਿਸੇ ਨੂੰ ਡਿਵਾਈਡ ਕਰਕੇ, ਪਹਿਲਾਂ ਹੁੰਦਾ ਹੋਇਆ ਇੱਥੇ ਕਿਸੇ ਨੂੰ ਬਦਨਾਮ ਕਰਕੇ, ਸਭ ਤੋਂ ਵੱਡੀ ਜਿਹੜੀ ਮਨਸ਼ਾ ਹੁੰਦੀ ਬਦਨਾਮ ਕਰਕੇ, ਜਾਂ ਜਦੋਂ ਨਹੀਂ ਗੱਲ ਬਣਦੀ ਫਿਰ ਉਹਨਾਂ ਨੇ ਪਹਿਲਾਂ ਅਸੀਮੀਲੇਟ ਕਰਨਾ, ਬਾਅਦ ਚੋਂ ਐਲੀਮੀਨੇਟ ਕਰਨਾ, ਫਿਰ ਉਹਨਾਂ ਨੇ ਉਸ ਦੇ ਉੱਪਰ ਇਸ ਤਰੀਕੇ ਦੇ ਨਾਲ ਜਦੋਂ ਆ ਕੇ ਅਟੈਕ ਕਰਨਾ। 1984 'ਚ ਕੀ ਹੋਇਆ? ਇਹ ਕੁਛ ਹੋਇਆ। ਤੁਸੀਂ ਦੂਜੀ ਗੱਲ ਕਰੀ ਹੈ ਕਿ ਬਹੁਤ ਸਾਰੇ ਪ੍ਰਚਾਰਕ ਇੱਥੇ ਕਹਿ ਰਹੇ ਨੇ ਅੱਜ ਕਈ ਪ੍ਰਚਾਰਕਾਂ ਤੇ ਵੀ ਜਾਣਾ, ਪਰ ਮੈਂ ਇਸ ਗੱਲ ਨੂੰ ਪਹਿਲਾਂ ਥੋੜਾ ਸਮ ਅਪ ਕਰਾਂ। ਇੱਕ ਪਾਸੇ ਪੁਲਿਸ ਕਹਿੰਦੀ ਹੈ ਕਿ ਅਸੀਂ ਸਤਿਕਾਰ ਕਰ ਲਿਆ, ਫਿਰ ਦੂਜੇ ਪਾਸੇ ਜਿਹੜੇ ਭਾਈ ਅੰਮ੍ਰਿਤਪਾਲ ਦੇ ਨਾਲ ਲੋਕ ਹੁੰਦੇ ਨੇ ਉਹ ਕਿਉਂ ਨਹੀਂ ਸਤਿਕਾਰ ਕਰਦੇ? ਉਹ ਕਿਉਂ ਅਟੈਕ ਕਰ ਰਹੇ ਨੇ ਪੁਲਿਸ ਦੇ ਉੱਤੇ? ਨਹੀਂ ਦੇਖੋ, ਅਟੈਕ ਨਹੀਂ ਕੋਈ ਕਿਤੇ ਹੋਇਆ ਹੈਗਾ। ਜੇ ਐਦਾਂ ਗੱਲ ਕਰਦੇ ਤਾਂ 21 ਬੰਦੇ ਜਿਹੜੇ ਨਾਲ ਗਏ ਨੇ, ਮੈਂ ਨਹੀਂ ਕਹਿ ਰਿਹਾ, ਇਹ ਸਰਕਾਰ ਕਹਿ ਰਹੀ ਹੈ ਜਾਂ ਲੋਕ? ਦੇਖੋ ਸਰਕਾਰ ਨੇ ਤਾਂ ਕਹਿਣਾ ਹੁੰਦਾ, ਸਰਕਾਰ ਨੇ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਹੁੰਦਾ। ਜਦੋਂ ਸਰਕਾਰ ਕਸੂਤੀ ਫਸ ਗਈ, ਮੈਂ ਇੱਕ ਹੋਰ ਵੀ ਗੱਲ ਕਹਿਣਾ, ਜੇ ਅੱਜ ਉਹਨਾਂ ਨੇ ਸਰਕਾਰ ਨੇ ਜਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਜੋ ਵਹੀਰ ਗਈ ਆ ਪੰਥ ਨੇ, ਜੇ ਸਹੀ ਤਰੀਕੇ ਦੇ ਨਾਲ ਉਹਨੂੰ ਟੈਕਲ ਕਰ ਰਿਹਾ, ਅੱਜ ਕੋਈ ਇਦਾਂ ਦੀ ਗੱਲ ਨਹੀਂ ਹੈਗੀ, ਫਿਰ ਜਾਣਬੁੱਝ ਕੇ ਦੂਸਰੀਆਂ ਧਿਰਾਂ ਖਾਸ ਕਰਕੇ ਜਿਹੜੇ ਅਪੋਜ਼ਿਟ ਪਾਰਟੀਆਂ ਜਿਹੜੀਆਂ ਚਾਹੁੰਦੀਆਂ ਪੰਜਾਬ ਦਾ ਮਾਹੌਲ ਖਰਾਬ ਹੋਵੇ, ਉਹ ਚਾਹੁੰਦੇ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਿਨਾਂ ਕਿਸੇ ਗੱਲ ਤੋਂ ਅਰੈਸਟ ਕੀਤਾ ਜਾਵੇ, ਇਹਦੇ ਉੱਪਰ ਟਾਡਾ ਲਾਈ ਜਾਵੇ, ਭਾਵੇਂ ਟਾਡਾ ਹੁਣ ਨਹੀਂ ਹੈਗੀ, ਜਵਾਪਾ ਲਾਇਆ ਜਾਵੇ ਜਾਂ ਹੋਰ ਧਾਰਾਵਾਂ ਲਾਈਆਂ ਜਾਣ, ਇਸ ਨੂੰ ਪੰਜਾਬ ਦਾ ਮਾਹੌਲ ਖਰਾਬ ਹੋਵੇ। ਤੇ ਇਹ ਚੰਗੀ ਗੱਲ ਹੈ, ਮੈਂ ਕਹਿੰਦਾ ਅਸੀਂ ਪ੍ਰੇਜ਼ ਕਰਦੇ ਹਾਂ ਭਾਵੇਂ ਪੰਜਾਬ ਸਰਕਾਰ ਹੈ ਕਿ ਉਸਨੇ ਜੋ ਹਾਲਾਤ ਸੀ ਸਿਆਣਪ ਦੇ ਨਾਲ ਨਜਿੱਠ ਲਏ, ਭਾਵੇਂ ਉਹਨਾਂ ਦੀ ਗਲਤੀ ਸੀ ਕਿਉਂਕਿ ਬਿਨਾਂ ਇਨਵੈਸਟੀਗੇਸ਼ਨ ਤੋਂ ਪਰਚਾ ਦਰਜ ਕਰ ਲਿਆ, ਬਾਅਦ 'ਚ ਉਹਨਾਂ ਨੇ ਉਸ ਦਾ ਨਾਂ ਕੱਢਤਾ, ਭਾਵੇਂ ਗਲਤੀ ਸੀ, ਪਰ ਫਿਰ ਵੀ ਜੇ ਹਾਲਾਤ ਨਜਿੱਠ ਲਏ ਤਾਂ ਇਹਨੂੰ ਗੱਲ ਮਸਲੇ ਨੂੰ ਕਿਉਂ ਤੂਲ ਦਿੱਤੀ ਜਾ ਰਹੀ ਹੈ? ਇਹ ਚਾਹੁੰਦੀਆਂ ਦੂਜੀਆਂ ਧਿਰਾਂ ਕਿ ਇਹ ਪੰਜਾਬ ਦਾ ਮਾਹੌਲ ਖਰਾਬ ਹੋਵੇ। ਜੇ ਬਚ ਗਿਆ ਜਾਣ ਕੇ ਮਾਹੌਲ ਖਰਾਬ ਕਰਨਾ ਇੰਟੈਂਸ਼ਨਲੀ। ਠੀਕ ਆ, ਤੁਸੀਂ ਧਿਰਾਂ ਦੀ ਗੱਲ ਕੀਤੀ ਆ, ਦੂਜੀਆਂ ਧਿਰਾਂ ਚਾਹੁੰਦੀਆਂ ਨੇ, ਆਪਾਂ ਧਿਰਾਂ ਛੱਡ ਦਿੰਦੇ ਆ, ਪੰਥਕ ਆਗੂਆਂ ਦੀ ਗੱਲ ਕਰ ਲੈਂਦੇ ਆ ਜਾਂ ਪੰਥਕ ਚਿੰਤਕ ਲੋਕ ਗੱਲ ਕਰਦੇ। ਧੁੰਦਾ ਆ ਜਿਹੜਾ ਉਹ ਇਲਜ਼ਾਮ ਲਾਉਂਦਾ, ਇੱਕ ਇੱਕ ਕਰਕੇ ਮੈਂ ਗੱਲ ਕਰਾਂਗਾ, ਢੰਡੇ ਵਾਲੇ ਦੇ ਵਜੋਂ ਨੇ ਪਹਿਲਾਂ ਧੁੰਦੇ ਦੀ ਉਹ ਗੱਲ ਕਰ ਲੈਂਦੇ ਨੇ, ਉਹ ਜਿਹੜਾ ਆ ਸਾਫ਼ ਤੌਰ ਤੇ ਘੇਰਦੇ ਨਜ਼ਰ ਆਉਂਦਾ ਇਸ ਗੱਲ ਨੂੰ। ਦੇਖੋ ਮੈਂ ਸਤਿਕਾਰ ਨਾਲ ਨਾਮ ਲੈ ਰਿਹਾ ਪ੍ਰੋਫੈਸਰ ਸਰਬਜੀਤ ਸਿੰਘ ਧੁੰਦਾ, ਠੀਕ ਹੈ ਕੌਮ ਦੇ ਪ੍ਰਚਾਰਕ ਨੇ, ਪਰ ਕਈ ਵਾਰੀ ਨਾ ਅਸੀਂ ਨਿੱਜੀ ਕਿਹੜਾ ਕਰਕੇ ਨਾ ਇੰਨੇ ਕੁ ਜ਼ਿਆਦਾ ਭੁੱਲ ਜਾਂਦੇ ਹਾਂ ਕਿ ਮੈਂ ਆਪ ਪਹਿਲਾਂ ਕੀ ਗੱਲ ਆਖੀ ਹੋਈ ਹੈ।
ਤੁਸੀਂ ਖੁਦ ਪ੍ਰੋਫੈਸਰ ਸਰਬਜੀਤ ਸਿੰਘ ਧੁੰਦਾ ਦੀਆਂ ਪੁਰਾਣੀਆਂ ਵੀਡੀਓਜ਼ ਜੇ ਕਹਿੰਦੇ ਹੋ ਤਾਂ ਮੈਂ ਇੱਥੇ ਦੇ ਦਾਂਗਾ। ਉਹਦੇ ਵਿੱਚ ਖੁਦ ਉਹਨਾਂ ਨੇ ਮੇਰੀ ਮੇਰੀ ਬੇਨਤੀ ਵੀ ਹੈ, ਕਿਰਪਾ ਕਰਕੇ ਨਾਲ ਚਲਾਇਓ। ਉਹਨਾਂ ਨੇ ਖੁਦ ਐਡਮਿਟ ਕਰਿਆ ਕਿ ਪੁਰਾਤਨ ਸਮੇਂ ਦੇ ਵਿੱਚ ਜਦੋਂ ਜੰਗਾਂ ਯੁੱਧਾਂ ਦਾ ਟਾਈਮ ਹੁੰਦਾ ਸੀ 17ਵੀਂ 18ਵੀਂ ਸਦੀ ਦੇ ਵਿੱਚ, ਜਦੋਂ ਸਿੱਖ ਰੂਪੋਸ਼ ਹੋ ਗਏ ਸੀ, ਜਦੋਂ ਸੰਘਰਸ਼ੀ ਸਿੱਖ ਸੀ ਮੂਵਮੈਂਟ ਚੱਲਦੀ ਸੀ, ਉਦੋਂ ਤਾਂ ਸਿੱਖ ਜਿਹੜੇ ਸੀ ਜੰਗਲਾਂ ਦੇ ਵਿੱਚ ਰਹਿੰਦੇ ਸੀ, ਜੰਗਲਾਂ ਦੇ ਵਿੱਚੋਂ ਰਹਿ ਕੇ ਉੱਥੇ ਹੀ ਉਹਨਾਂ ਦਾ ਰਹਿਣ ਬਸੇਰਾ ਸੀ। ਉਦੋਂ ਵੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਸੀ। ਕਈ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਵੀ ਕਈ ਡੇਰਿਆਂ ਦੇ ਵਿੱਚ ਉਹਨੂੰ ਗੁਰੂ ਗ੍ਰੰਥ ਸਾਹਿਬ ਨੂੰ ਇਦਾਂ ਦੇ ਤਰੀਕੇ ਨਾਲ ਮੰਨਿਆ ਜਾਂਦਾ ਹੈ, ਗਲਤ ਹੈ, ਇਦਾਂ ਸਤਿਕਾਰ ਨਹੀਂ ਹੁੰਦਾ। ਪੁਰਾਤਨ ਸਮੇਂ ਦੇ ਵਿੱਚ 17ਵੀਂ 18ਵੀਂ ਸਦੀ ਦੇ ਵਿੱਚ ਸਿੱਖ ਸਫਰੀ ਬੀੜਾਂ, ਇਹ ਉਹਨਾਂ ਦਾ ਵਰਡਿੰਗ ਹੈ, ਮੈਂ ਬਿਲਕੁਲ ਐਗਜ਼ੈਕਟ ਵਰਡ ਵਰਤ ਰਿਹਾ ਕਿ ਸਫਰੀ ਬੀੜਾਂ ਹੁੰਦੀਆਂ ਸੀ ਗੁਰੂ ਗ੍ਰੰਥ ਸਾਹਿਬ ਦੀਆਂ, ਘੋੜਿਆਂ ਦੇ ਉੱਪਰ ਆਪਣੇ ਨਾਲ ਰੱਖਦੇ ਸੀ ਉਹ, ਜਾਂ ਆਪਣੇ ਸਮਾਨ ਦੇ ਵਿੱਚ ਆਪਣੇ ਨਾਲ। ਤੇ ਉਦੋਂ ਜੀ ਕਹਿੰਦੇ ਜਿੱਥੇ ਉਹਨਾਂ ਨੂੰ ਸਮਾਂ ਮਿਲਣਾ ਉੱਥੇ ਬੈਠ ਕੇ ਉਹਨਾਂ ਨੇ ਅਖੰਡ ਪਾਠ ਸਾਹਿਬ ਤਾਂ ਹੁੰਦਾ ਨਹੀਂ, ਸਹਿਜ ਪਾਠ ਕਰ ਲੈਣਾ, ਜਿੰਨਾ ਸਮਾਂ ਮਿਲਣਾ ਪਾਠ ਕਰ ਲੈਣਾ। ਉਦੋਂ ਜਦੋਂ ਗੁਰਿੱਲਾ ਵਾਰ ਚੱਲਦੀ ਸੀ, ਗੁਰਿੱਲਾ ਯੁੱਧ ਚੱਲਦੇ ਸੀ, ਜੰਗਲਾਂ ਦੇ ਵਿੱਚ ਸਿੱਖ ਰੂਪ ਉਹ ਸੀ, ਖਾਣ ਦਾ ਟਾਈਮ ਨਹੀਂ ਸੀ, ਬੈਠਣ ਦਾ ਟਾਈਮ ਨਹੀਂ ਸੀ, ਸੌਣ ਦਾ ਟਾਈਮ ਨਹੀਂ ਸੀ, ਉਸ ਸਮੇਂ ਸਿੱਖਾਂ ਦੇ ਕੋਲ ਸਫਰੀ ਬੀੜਾਂ ਭਾਈ ਧੁੰਦਾ ਜੀ ਦੇ ਕਹਿਣ ਮੁਤਾਬਕ, ਅਰੇ ਇਤਿਹਾਸਕ ਹਵਾਲੇ ਨੇ, ਮੈਂ ਨਹੀਂ ਕਹਿ ਰਿਹਾ ਉਹਨੂੰ ਗਲਤ ਕਿਹਾ, ਬਿਲਕੁਲ ਠੀਕ ਕਿਹਾ ਉਹਨਾਂ ਨੇ ਕਿ ਉਦੋਂ ਸਫਰੀ ਬੀੜਾ ਨਾਲ ਰੱਖਦੇ ਸੀ। ਉਸ ਸਮੇਂ ਸਤਿਕਾਰ ਕਿੱਥੇ ਸੀ? ਉਦੋਂ ਵੀ ਤਾਂ ਸਤਿਕਾਰ ਹੁੰਦਾ ਸੀ ਨਾ ਗੁਰੂ ਗ੍ਰੰਥ ਸਾਹਿਬ ਦਾ। ਤੇ ਜਦੋਂ ਜੰਗ ਯੁੱਧ ਉਦੋਂ ਹੋ ਜਾਂਦੇ ਸੀ, ਤੇ ਉਦੋਂ ਅਗਲੀ ਗੱਲ, ਜਦੋਂ ਦੂਜਾ ਘੱਲੂਘਾਰਾ ਜਦੋਂ ਵੱਡਾ ਘੱਲੂਘਾਰਾ ਵਾਪਰਿਆ, ਉਸ ਦੇ ਵਿੱਚ 2 ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਸੀ ਅਗਨ ਭੇਟ ਹੋਏ ਨੇ। ਕੌਮ ਦੀ ਅੱਧੀ ਜਿਹੜੀ ਆਬਾਦੀ ਸੀ, ਕੌਮ ਦਾ ਅੱਧਾ ਜਿਹੜਾ ਘਾਣ ਹੋਇਆ ਲਗਭਗ, ਜੇ ਉਦੋਂ ਆਪਾਂ ਕਹਿ ਦਈਏ ਕਿ 35-40 ਹਜ਼ਾਰ ਕੌਮ ਦਾ ਇੱਕ ਦਿਨ ਦੇ ਵਿੱਚ ਕਤਲੇਆਮ ਹੋਇਆ, ਉਸ ਦੇ ਵਿੱਚ 2 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਅਗਨ ਭੇਟ ਹੋਏ ਨੇ। ਤੇ ਉਦੋਂ ਕਿਸੇ ਨੇ ਵੀ ਓਬਜੈਕਸ਼ਨ ਨਹੀਂ ਕੀਤਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹੋਰਾਂ ਦੇ ਉੱਪਰ, ਜਾਂ ਜਿੰਨੇ ਵੀ ਉਦੋਂ ਕੌਮ ਦੇ ਸਰਦਾਰ ਸੀ, ਕੌਮ ਦੇ ਜਰਨੈਲ ਸੀ, ਕਿ ਇਹਨੇ ਕੌਮ ਮਰਵਾਤੀ ਜਾਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਕੀਤਾ। ਜਦੋਂ ਇਦਾਂ ਹਾਲਾਤ ਹੁੰਦੇ ਨੇ, ਫਿਰ ਗੁਰੂ ਗ੍ਰੰਥ ਸਾਹਿਬ, ਜਿੱਥੇ ਗੁਰੂ ਗ੍ਰੰਥ ਦੇ ਉੱਪਰ ਵੀ ਹਮਲੇ ਹੁੰਦੇ ਨੇ, ਗੁਰੂ ਪੰਥ ਦੇ ਉੱਪਰ ਵੀ ਹਮਲੇ ਹੁੰਦੇ ਨੇ। ਪਹਿਲਾਂ ਹੀ ਕਹਿ ਕੇ ਹਟਿਆ ਨਾ ਕਿ ਜੇ ਪੰਥ ਕੀ ਰਹੇਗੀ ਤਾਂ ਗ੍ਰੰਥ ਕੀ ਰਹੇਗੀ ਨਾਥ, ਜਦੋਂ ਪੰਥ ਹੀ ਨਾ ਰਹੋ ਤਾਂ ਗ੍ਰੰਥ ਕੌਣ ਮਾਨੇਗਾ। ਇਹ ਗ੍ਰੰਥ ਤੇ ਪੰਥ ਨੂੰ ਲੱਗ ਨਹੀਂ ਕੀਤਾ ਜਾ ਸਕਦਾ ਹੈਗਾ। ਕੌਮ ਹਮੇਸ਼ਾ ਹੀ ਜਿੱਥੇ ਪੰਥ ਹੈ ਉੱਥੇ ਗ੍ਰੰਥ ਹੈ। ਇਹ ਸਾਡੀ ਮੇਰੀ ਤੇ ਪੀਰੀ ਦਾ ਸਿਧਾਂਤ ਹੈ। ਮੇਰੀ ਪੀਰੀ ਅਲੱਗ ਨਹੀਂ ਹੋ ਸਕਦੀ, ਧਰਮ ਤੇ ਸਿਆਸਤ ਅਲੱਗ ਨਹੀਂ ਹੋ ਸਕਦੀ, ਅਕਾਲ ਤਖਤ ਤੇ ਸ੍ਰੀ ਦਰਬਾਰ ਸਾਹਿਬ ਅਲੱਗ ਨਹੀਂ ਹੋ ਸਕਦੇ। ਬਾਕੀ ਕੌਮਾਂ ਦਾ, ਬਾਕੀ ਫਿਰਕਿਆਂ ਦਾ, ਬਾਕੀ ਸੈਕਟਸ ਦਾ ਕੀ ਉਹਨਾਂ ਦਾ ਮੰਨਣਾ ਹੈ, ਉਹਨਾਂ ਦਾ ਕੀ ਬਲੀਫ ਹੈ, ਉਹ ਹੋ ਸਕਦਾ, ਪਰ ਸਿੱਖੀਜ਼ਮ ਦੇ ਵਿੱਚ ਅਸੀਂ ਇਹਨੂੰ ਲੱਗ ਕਰਕੇ ਨਹੀਂ ਵੇਖ ਸਕਦੇ। ਤੁਸੀਂ ਦੱਸਤਾ ਵੀ ਠੀਕ ਹੈ ਉਹ ਪਹਿਲਾਂ ਸਪੋਰਟਸ ਸੀ, ਪਰ ਫਿਰ ਹੁਣ ਕਿਉਂ ਖਿਲਾਫ ਲੱਗ ਰਹੇ? ਮੈਂ ਇਹੀ ਗੱਲ ਤਾਂ ਤੁਹਾਡੇ ਜ਼ਰੀਏ ਪੁੱਛਣਾ ਚਾਹੁੰਦਾ ਭਾਈ ਸਾਹਿਬ ਨੂੰ, ਆਪਣਾ ਸਰਬਜੀਤ ਸਿੰਘ ਧੁੰਦਾ ਜੀ ਨੂੰ। ਤੁਸੀਂ ਉਦੋਂ ਤਾਂ ਇਹ ਕਹਿ ਰਹੇ ਹੋ, ਅੱਜ ਤੁਸੀਂ ਕਹਿ ਰਹੇ ਹੋ, ਇੱਥੋਂ ਫਿਰ ਕੀ ਸਮਝਿਆ ਜਾਵੇ? ਤੁਸੀਂ ਪੰਥ ਦੀ ਗੱਲ ਕਰ ਰਹੇ ਹੋ, ਤੁਸੀਂ ਸਿੱਖੀ ਦੀ ਗੱਲ ਕਰ ਰਹੇ ਹੋ, ਤੁਸੀਂ ਕੌਮੀਅਤ ਦੀ ਗੱਲ ਕਰ ਰਹੇ ਹੋ, ਕਿ ਜਾਂ ਤੁਸੀਂ ਨਿੱਜੀ ਗੱਲ ਕਰ ਰਹੇ ਹੋ? ਇਹ ਮਸਲਾ ਤੁਹਾਡਾ ਨਿੱਜ ਦਾ ਆ ਗਿਆ। ਜੇ ਤੁਹਾਨੂੰ ਉਹਨਾਂ ਵੱਲੋਂ ਜਾਂ ਕੁਝ ਕਿਹਾ ਗਿਆ ਤਾਂ ਤੁਸੀਂ ਉਸ ਤਰੀਕੇ, ਠੀਕ ਹੈ ਵਖਰੇਵੇਂ ਨੇ, ਵਿਚਾਰਕ ਵਖਰੇਵਾਂ ਹੋ ਸਕਦਾ, ਕੌਮ ਦੇ ਪ੍ਰਚਾਰਕਾਂ ਦੇ ਵਿੱਚ ਹੈ, ਕੌਮ ਦੇ ਬੁੱਧੀਜੀਵੀਆਂ ਦੇ ਵਿੱਚ ਹੈ, ਕੌਮ ਦੇ ਵਿੱਚ ਬਹੁਤ ਸਾਰੇ ਹੁੰਦੇ ਨੇ, ਸਿੱਖ ਮਿਸਲਾਂ ਦੇ ਵਿੱਚ ਹੁੰਦੇ ਆਏ ਨੇ। ਪਰ ਜਦੋਂ ਦੁਸ਼ਮਣ ਸਾਂਝਾ ਹੋਵੇ, ਜਦੋਂ ਕੌਮ ਦੇ ਉੱਪਰ ਅਟੈਕ ਹੁੰਦਾ ਹੋਵੇ, ਤਾਂ ਸਿੱਖ ਮਿਸਲਾਂ ਇਕੱਠੀਆਂ ਹੋ ਜਾਇਆ ਕਰਦੀਆਂ ਸੀ, ਕਦੇ ਵੀ ਵਖਰੇਵਾਂ ਨਹੀਂ ਹੋਇਆ। ਵਖਰੇਵਾ ਇਕੱਲਾ ਸਰਬਜੀਤ ਧੁੰਦਾ ਨਹੀਂ, ਵਖਰੇਵਾ ਰਣਜੀਤ ਸਿੰਘ ਢੱਡਰੀ ਵਾਲੇ ਦਾ ਵੀ ਹੈ। ਉਹ ਵੀ ਜਿਹੜਾ ਆ ਉਸ ਉੱਤੇ ਬਿਆਨ ਕਰਦੇ ਨੇ। ਉਹ ਕਹਿੰਦੇ ਨੇ ਕਿ ਉਸ ਇੱਕ ਗੁਰੂ ਨੇ ਆਪਣੇ ਪੂਰਾ ਪਰਿਵਾਰ ਵਾਰਤਾ, ਆਪਣੇ ਲਾਲ ਬਾਰ ਤੇ ਇੱਥੇ ਆਪਣੀ ਘਰ ਵਾਲੀ ਦੀ ਫੋਟੋ ਨੂੰ ਲੈ ਕੇ ਵੀ ਲੋਕ ਚਿੰਤਾ ਜਤਾਈ ਜਾਂਦੇ ਨੇ। ਮੈਂ ਤਾਂ ਨਾ ਕਈ ਵਾਰੀ ਸੋਚਦਾ, ਮੈਂ ਬੜਾ ਸਤਿਕਾਰ ਕਰਦਾ ਸੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਬੜਾ ਅਸੀਂ, ਮੈਂ ਨਾ ਕਈ ਵਾਰੀ ਹੁਣ ਸੋਚਦਾ ਕਿ ਖੈਰ ਭਾਈ ਸਾਹਿਬ ਨਾ ਆਪਣੇ ਬਿਲਕੁਲ ਹੀ ਨਾ ਜੋ ਆਸ਼ੇ ਤੋਂ ਜਿੱਥੋਂ ਸ਼ੁਰੂਆਤ ਹੋਇਆ ਸੀ ਪ੍ਰਚਾਰ, ਉੱਥੋਂ ਬਿਲਕੁਲ ਕਿਸੇ ਸਮਾਂ ਭਾਈ ਰਣਜੀਤ ਸਿੰਘ ਨੇ ਬਹੁਤ ਵੱਡੇ ਲੈਵਲ ਦੇ ਉੱਪਰ ਪ੍ਰਚਾਰ ਕੀਤਾ ਤੇ ਸਿੱਖੀ ਦੇ ਵਿੱਚ ਅੰਮ੍ਰਿਤ ਸੰਚਾਰ ਬਹੁਤ ਵੱਡੇ ਲੈਵਲ ਤੇ ਕੀਤਾ। ਇਤਿਹਾਸ ਦੀ ਗੱਲ ਕਰਦੇ ਸੀ, ਇਤਿਹਾਸ ਦੀ, ਧਰਮ ਦੀ ਗੱਲ ਕਰਦੇ ਕਰਦੇ ਟੋਟਲੀ ਵਲੋਗਰ ਬਣ ਗਏ। ਹੁਣ ਜੇ ਉਹਨਾਂ ਨੂੰ ਸਿੱਖ ਪ੍ਰਚਾਰਕ ਕਹਿਣਾ, ਮੇਰੇ ਖਿਆਲ ਨਾਲ ਇਹ ਠੀਕ ਨਹੀਂ ਹੋਏਗਾ। ਹੁਣ ਤਾਂ ਵਲੋਗਰ ਤੁਸੀਂ ਕਹਿ ਸਕਦੇ ਹੋ, ਇੱਕ ਜਿਵੇਂ ਬਾਕੀ, ਜਾਂ ਮੋਟੀਵੇਸ਼ਨਲ ਸਪੀਕਰ ਕਹਿ ਸਕਦੇ ਹੋ, ਜਿਵੇਂ ਬਾਕੀ ਬਹੁਤ ਸਾਰੇ ਅਲੱਗ-ਅਲੱਗ ਕਮਿਊਨਿਟੀਜ਼ ਦੇ ਵਿੱਚ ਮੋਟੀਵੇਸ਼ਨਲ ਸਪੀਕਰ ਇੱਕ ਆਪਣਾ ਵੀਡੀਓਜ਼ ਬਣਾ ਰਹੇ ਨੇ, ਜਿੱਥੇ ਟੂਰ ਤੇ ਜਾ ਰਹੇ ਨੇ, ਕੇਵਲ ਗੱਲ ਕੁਦਰਤ ਦੀ, ਬਾਹਰ ਦੀ ਸਿਫਤ ਕਰੀ ਜਾਣੀ, ਆਪਣੇ ਆਪ ਨੂੰ ਮਾੜਾ ਕਹੀ ਜਾਣਾ। ਇਹ ਨਾ ਬੜਾ ਸੈਲਫ ਹੇਟ ਦੀ ਗੱਲ ਹੋ ਜਾਂਦੀ ਹੈ। ਇਹ ਫੀਅਰ ਸਾਈਕੋਸਿਸ ਨੂੰ ਕਹਿ ਸਕਦੇ ਹਾਂ ਆਪਾਂ। ਤੁਸੀਂ ਪੰਜਾਬ ਦੇ ਵਿੱਚੋਂ ਖਾ ਕੇ ਪੰਜਾਬ ਨੂੰ ਮਾੜਾ ਕਹਿ ਰਹੇ ਹੋ। ਅਮਰੀਕਾ, ਕੈਨੇਡਾ, ਠੀਕ ਆ, ਉਹ ਕੰਟਰੀਆਂ ਦੇ ਵਿੱਚ ਕੁਝ ਚੰਗੀਆਂ ਗੱਲਾਂ ਨੇ, ਕੁਝ ਮਾੜੀਆਂ ਨੇ, ਸਾਡੇ ਵੀ ਕੁਝ ਚੰਗੀਆਂ ਹੋਣਗੀਆਂ, ਕੁਝ ਮਾੜੀਆਂ ਹੋਣਗੀਆਂ, ਪਰ ਹਰ ਸਮੇਂ ਆਪਣੇ ਆਪ ਨੂੰ ਨਿੰਦੇ ਜਾਵਾਂ, ਉਹਨਾਂ ਦਾ ਤਾਂ ਨਾ ਹੁਣ ਟਰੈਕ ਹੀ ਚੇਂਜ ਹੋ ਗਿਆ। ਮੈਂ ਬਹੁਤ ਸਾਰਾ ਉਹਨਾਂ ਨੂੰ ਦੇਖਦਾ ਹੁੰਦਾ, ਬੜਾ ਸੁਣਦਾ ਹੁੰਦਾ ਸੀ, ਪਰ ਹੁਣ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ, ਜੇ ਸੁਣਨ ਨੂੰ ਮੇਰੀ ਬੇਨਤੀ ਹੈ, ਮੈਂ ਤਾਂ ਬੇਨਤੀ ਕਰ ਸਕਦਾ ਖੈਰ, ਕਿ ਭਾਈ ਸਾਹਿਬ ਮੁੜੇ ਆਓ, ਕੌਮ ਦਾ ਮਿਹਣਾ ਨਾ ਲਵੋ। ਕੌਮ ਦਾ ਮਿਹਣਾ ਬਹੁਤ ਮਾੜਾ ਹੁੰਦਾ। ਥੋੜੀ ਨਿੱਜੀ ਲੜਾਈ ਹੋ ਸਕਦੀ ਹੈ। ਉਹਨਾਂ ਦੀ ਨਿੱਜੀ ਲੜਾਈ ਟਕਸਾਲ ਦੇ ਇੱਕ, ਚਲੋ ਮੈਂ ਨਾਂ ਹੀ ਲੈਦਾ, ਉਹਨਾਂ ਨੇ ਵਿੱਚੋਂ ਬਹੁਤ ਸਾਰੀ, ਕਈ ਵਾਰੀ ਭਾਈ ਹਰਨਾਮ ਸਿੰਘ ਧੁੰਮੇ ਦਾ ਨਾਮ ਲਿਆ, ਤੁਹਾਡੀ ਉਹਨਾਂ ਨਾਲ ਨਿੱਜੀ ਲੜਾਈ ਹੋ ਸਕਦੀ ਹੈ। ਹੋ ਸਕਦਾ ਹੈ, ਮੈਨੂੰ ਐਂ ਲੱਗਦਾ ਕਿ ਜਦੋਂ ਅਟੈਕ ਹੋਇਆ ਉੱਥੇ ਆਪਣੇ ਨਾਲ ਜਿਹੜੇ ਇਹਨਾਂ ਦੇ ਸਾਥੀ ਸੀ, ਜਦੋਂ ਉਹ ਉੱਥੇ ਉਹਨਾਂ ਦੀ ਮੌਤ ਹੋਈ ਹੈ, ਉਸ ਤੋਂ ਬਾਅਦ ਮੈਨੂੰ ਲੱਗਦਾ ਇਹਨਾਂ ਨੇ ਜਾਂ ਤਾਂ ਮੌਤ ਨੂੰ ਇੰਨਾ ਨੇੜੇ ਦੇਖਿਆ, ਇੰਨਾ ਡਰ ਗਏ ਕਿ ਹੁਣ ਉਹ ਗੱਲ ਕਦੇ ਇਹਨਾਂ ਦੇ ਅੱਜ ਪ੍ਰਚਾਰਾਂ 'ਚ ਕਦੇ
ਕੌਮ ਦੇ ਜੁਝਾਰੂਪਣ ਦੀ ਗੱਲ ਹੋਈ ਹੈ, ਕਦੇ ਕੌਮ ਦੇ ਇਤਿਹਾਸ ਦੀ ਗੱਲ ਹੋਈ ਹੈ, ਕਦੇ ਭਾਈ ਸੁਬੇਗ ਸਿੰਘ ਸ਼ਹਿਬਾਜ਼ ਸਿੰਘ ਦੀ, ਕਦੇ ਭਾਈ ਮਣੀ ਸਿੰਘ ਦੀ, ਭਾਈ ਸੁੱਖਾ ਸਿੰਘ ਮਹਿਤਾ। ਹਾਂ, ਪੁਰਾਤਨ ਮਿਲਣਗੀਆਂ ਤੁਹਾਨੂੰ, ਹੁਣ ਕਦੇ ਨਹੀਂ ਮਿਲੇਗਾ। ਇਤਿਹਾਸ ਗਾਇਬ ਹੈ, ਸਿੱਖੀਜ਼ਮ ਗਾਇਬ ਹੈ, ਪੰਜਾਬ ਦੀ ਗੱਲ ਗਾਇਬ ਹੈ, ਸਿੱਖੀ ਦੀ ਮੁੱਦੇ ਦੀ ਗੱਲ ਗਾਇਬ ਹੈ। ਹੁਣ ਉਹ ਹਰੇਕ ਗੱਲ, ਹੁਣ ਆ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਆਪਣੀ ਘਰਵਾਲੀ ਦੀਆਂ ਫੋਟੋਆਂ ਨਹੀਂ ਦਿਖਾਣੀਆਂ, ਸ਼ਹੀਦੀਆਂ। ਮੈਨੂੰ ਕੋਈ ਸਿਆਣਾ ਬੰਦਾ, ਕੋਈ ਬੁੱਧੀਜੀਵੀ, ਕੋਈ ਮੈਂ ਕਹਿੰਦਾ 5ਵੀਂ ਜਾਂ 7ਵੀਂ ਪੜ੍ਹਿਆ ਬੰਦਾ, ਜਿਹੜਾ ਆਮ ਬੱਚਾ ਹੈ, ਇਹ ਗੱਲ ਕਿੱਦਾਂ ਨੂੰ ਕੋਈ ਰਿਲਾਇਬਲ ਗੱਲ ਬਣਦੀ ਹੈ? ਮੈਂ ਕਹਾਂ ਜੇ ਤੁਸੀਂ ਜੀ ਪੱਗ ਦੂਜੇ ਰੰਗ ਦੀ ਬੰਨੀ ਹੋਈ, ਤੁਸੀਂ ਸ਼ਹੀਦੀ ਕਿਦੋਂ ਵਧੋਗੇ ਜੀ? ਮੈਂ ਕਹਾਂ ਜੀ ਤੁਸੀਂ, ਤੁਹਾਡੇ ਬੱਚੇ, ਇਹ ਕੋਈ ਮਤਲਬ ਗੱਲ ਹੀ ਨਹੀਂ ਬਣਦੀ। ਤੁਕੀ ਨਹੀਂ। ਤੁਸੀਂ ਗੱਲ ਨਾਲ ਇਹ ਤਾਂ ਗੱਲ ਤਾਂ ਜੋੜ ਸਕਦੇ ਹੋਗੇ ਕਿ ਤੁਸੀਂ ਫਲਾਣੀ ਜਗ੍ਹਾ ਤੋਂ ਡਰ ਗਏ ਸੀ ਤਾਂ ਕਰਕੇ ਤੁਸੀਂ ਕੌਮ ਦੀ ਸ਼ਹੀਦੀ ਦੀ ਗੱਲ ਨਹੀਂ ਕਰ ਸਕਦੇ। ਇਹ ਗੱਲ ਤਾਂ ਜੋੜ ਸਕਦੇ ਹੋ ਕਿ ਤੁਸੀਂ ਕੌਮ ਦੇ ਪ੍ਰਚਾਰਕ ਹੋ, ਤੁਸੀਂ ਚੋਲਾ ਕੌਮ ਵਾਲਾ ਪਾਇਆ ਹੋਇਆ, ਪਰ ਤੁਸੀਂ ਗੱਲ ਨਹੀਂ ਕਰਦੇ। ਆਹ ਤਾਂ ਗੱਲ ਹੀ ਨਹੀਂ ਨਾ ਜੁੜੀ ਹੈਗੀ ਕਿ ਤੁਸੀਂ ਆਪਣੀ ਘਰ ਵਾਲੀ ਦੀਆਂ ਫੋਟੋਆਂ ਨਹੀਂ ਪਾਈਆਂ ਤਾਂ ਕਰਕੇ ਤੁਸੀਂ ਸ਼ਹੀਦ ਨਹੀਂ ਹੋ ਸਕਦੇ। ਇਹ ਤਾਂ ਨਹੀਂ ਹੈਗਾ। ਕਈ ਵਾਰ ਕੀ ਹੁੰਦਾ ਹੈ ਕਿ ਯਾਰ ਕੋਈ ਬੰਦਾ ਮਸ਼ਹੂਰ ਹੋ ਜਾਂਦਾ ਜਾਂ ਲਾਈਮਲਾਈਟ ਰਹਿੰਦਾ ਜਾਂ ਜ਼ਿਆਦਾ ਖਬਰਾਂ 'ਚ ਰਹਿੰਦਾ ਕਿ ਉਹਨੂੰ ਘੇਰ ਲਓ ਤੇ ਅਸੀਂ ਆਪਣੇ ਆਪੇ ਮਸ਼ਹੂਰ ਹੋ ਜਾਵਾਂਗੇ। ਬਸ ਗੱਲ ਇੱਥੇ ਹੀ ਅਸਲ 'ਚ ਸਾਡੇ ਫਤਿਹਗੜ੍ਹ ਸਾਹਿਬ ਦੇ ਨੇੜੇ ਇੱਕ ਪਿੰਡ ਹੈ, ਬੜਾ ਵੱਡਾ ਪਿੰਡ ਹੈ, ਚਨਾਰਥਲ ਕਲਾਂ। ਉਹ ਵੱਡੀ ਸੰਘਣੀ ਆਬਾਦੀ ਹੈ ਤੇ ਜਥੇਦਾਰ ਗੁਰਚਰਨ ਸਿੰਘ ਟੋੜਾ ਦਾ ਬਿਲਕੁਲ ਟੋੜਾ ਪਿੰਡ ਦੇ ਨਾਲ ਹੀ ਚਨਾਰਥਲ ਕਲਾਂ। ਇਸ ਇਲਾਕੇ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਹੈ ਗੁਰਚਰਨ ਸਿੰਘ ਟੋੜਾ ਸਾਹਿਬ ਦਾ। ਟੋੜਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਜਿਹਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹਿੰਦੇ ਨੇ, 27 ਸਾਲ ਪ੍ਰਧਾਨ ਰਹੇ ਨੇ, ਨਿਰਵਿਵਾਦ ਪ੍ਰਧਾਨ ਰਹੇ। ਠੀਕ ਹੈ, ਉਦੋਂ ਉਹਨਾਂ ਨੇ ਪੂਰਾ, ਉਹਨਾਂ ਦਾ ਪਕੜ ਸੀ। ਜਦੋਂ 1999 ਦੇ ਵਿੱਚ ਗੁਰਚਰਨ ਸਿੰਘ ਟੋੜਾ ਜੀ ਨੂੰ ਲਾ ਕੇ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾਤਾ, ਉਸ ਤੋਂ ਬਾਅਦ ਆ ਤੁਹਾਨੂੰ ਇੱਕ ਵਾਕਿਆਤ ਦੱਸਦਾ। ਚਨਾਰਥਲ ਕਲਾਂ ਦੇ ਵਿੱਚ ਹਰ ਸਾਲ ਦੁਸਹਿਰੇ ਦੇ ਉੱਪਰ ਕਬੱਡੀ ਟੂਰਨਾਮੈਂਟ ਹੁੰਦੇ ਨੇ। 2 ਧੜੇ ਬਣੇ ਹੋਏ ਸੀ ਉੱਥੇ, ਬਾਦਲ ਧੜਾ ਅਲੱਗ ਸੀ ਤੇ ਟੋੜਾ ਧੜਾ ਅਲੱਗ ਸੀ, ਕਿਉਂਕਿ ਇਹ ਪਿੰਡਾਂ ਦੇ ਵਿੱਚ ਟੋੜਾ ਦਾ ਕਾਫੀ ਮਤਲਬ ਉਹਦੇ ਹੈਗੇ ਸੀ ਮਿੱਤਰ ਬੇਲੀ, ਜਾਂ ਉਹਨਾਂ ਦਾ ਉਹਦੇ ਆਪਣੇ ਫਾਲੋਅਰਸ ਕਹਿ ਦਿਓ, ਪ੍ਰਭਾਵ ਸੀ। ਉੱਥੇ 2 ਟੂਰਨਾਮੈਂਟ ਵੀ ਹੋਏ ਨੇ, 3 ਵੀ ਹੋਏ ਨੇ ਤੇ 4 ਟੂਰਨਾਮੈਂਟ ਵੀ ਹੋਏ ਨੇ। 1999 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਅਕਾਲੀ ਦਲ ਦੀ, ਤੇ ਟੋੜਾ ਜਥੇਦਾਰ ਗੁਰਚਰਨ ਸਿੰਘ ਟੋੜਾ ਸਾਹਿਬ ਉਹਨਾਂ ਤੋਂ ਅਲੱਗ ਹੋ ਚੁੱਕੇ ਸੀ। ਜਦੋਂ ਉਹਨਾਂ ਨੇ ਦੇਖਿਆ ਕਿ ਅੱਛਾ, ਉਹਨਾਂ ਦਾ ਆਪਣੇ ਟੋੜਾ ਸਾਹਿਬ ਦਾ ਸਰਪੰਚ ਜਿਹੜਾ ਸੀ, ਉਸ ਪਿੰਡ ਦੇ ਵਿੱਚ ਸਰਪੰਚ ਸੀ ਚਨਾਰਥਲ ਕਲਾਂ 'ਚ, ਉਹਨਾਂ ਨੇ ਦੇਖਿਆ ਕਿ ਇੱਥੇ ਕਿਤੇ ਆ ਕੇ ਬਾਦਲ ਦਲ ਆ ਕੇ ਇੱਥੇ ਆਪਣਾ ਟੂਰਨਾਮੈਂਟ ਨਾ ਕਰਵਾ ਲਵੇ। ਉਹਨਾਂ ਨੇ ਸਿਰਫ ਟੂਰਨਾਮੈਂਟ ਰੋਕਣ ਵਾਸਤੇ ਆਪ ਜਥੇਦਾਰ ਗੁਰਚਰਨ ਸਿੰਘ ਟੋੜਾ ਪ੍ਰਧਾਨ ਸ਼੍ਰੋਮਣੀ ਕਮੇਟੀ ਜਿਹੜੇ ਰਹੇ ਨੇ, ਉਹਨਾਂ ਨੇ ਆ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਸਟੇਡੀਅਮ ਦੇ ਵਿੱਚ, ਅੱਜ ਵੀ ਇੱਕ ਸਟੇਡੀਅਮ ਹੈ ਉੱਥੇ, ਸਟੇਡੀਅਮ ਦੇ ਵਿੱਚ ਅਖੰਡ ਪਾਠ ਸਾਹਿਬ ਆਰੰਭ ਕਰਵਾਤਾ। ਉਹੀ ਤਰੀਕਾਂ 'ਚ, ਉਹੀ ਦਿਨਾਂ 'ਚ ਅਖੰਡ ਪਾਠ ਸਾਹਿਬ ਆਰੰਭ ਹੋਇਆ। ਅਖੰਡ ਪਾਠ ਸਾਹਿਬ ਜਿਸ ਦਿਨ ਟੂਰਨਾਮੈਂਟ ਸ਼ੁਰੂ ਹੋਣਾ ਸੀ, ਉਸ ਦਿਨ ਹਰਲ ਕਰਦੀਆਂ ਉੱਥੇ ਟਰੈਕਟਰ ਖੜੇ ਸੀ। ਬਾਦਲ ਦਲ ਵਾਲੇ ਕਹਿੰਦੇ ਸੀ ਕਿ ਅਸੀਂ ਪਹਿਲਾਂ ਵਾਹ ਲਈਏ, ਟੋੜਾ ਦਲ ਵਾਲੇ ਕਹਿੰਦੇ ਸੀ ਕਿ ਅਸੀਂ ਪਹਿਲਾਂ ਵਾਹ ਲਈਏ। ਜਦੋਂ ਭੋਗ ਪਏਗਾ ਅਸੀਂ ਉਦੋਂ ਹੀ ਵਾਹ ਕੇ ਇੱਥੇ ਜਿਹੜਾ ਕਬਜ਼ਾ ਕਰ ਗਿਆ ਟੂਰਨਾਮੈਂਟ ਉਹ ਕਰਾ ਸਕੇਗਾ। ਪਤਾ ਦੋਵੇਂ ਧਿਰਾਂ ਨੂੰ ਸੀ। ਸਰਕਾਰ ਅਕਾਲੀ ਦਲ ਸੀ, ਉਹਨੇ ਪੂਰੀ ਪੁਲਿਸ ਛਾਉਣੀ ਬਣਾਤਾ ਚਨਾਰਥਲ ਪਿੰਡ, ਸਾਰੀ 4 ਚਫੇਰੇ ਪੁਲਿਸ ਨੇ ਸਟੇਡੀਅਮ ਨੂੰ, ਪਿੰਡ ਨੂੰ ਘੇਰ ਲਿਆ। ਪਤਾ ਉਹਨਾਂ ਨੂੰ ਵੀ ਸੀ। ਉਦੋਂ ਕੀ ਉੱਥੇ ਜਥੇਦਾਰ ਗੁਰਚਰਨ ਸਿੰਘ ਟੋੜਾ ਸਟੇਜ ਤੇ ਸੀ, ਉਹਨੇ ਉਦੋਂ ਹੀ ਕੰਨ 'ਚ ਫੂਕ ਮਾਰੀ। ਸਾਰੇ ਜਿਹੜੇ ਉੱਥੇ ਪਾਠੀ ਸਿੰਘ ਸਾਹਿਬਾਨ ਸੀ, ਉਹਨਾਂ ਨੂੰ ਕਿਹਾ ਕਿ ਤੁਸੀਂ ਜਿਹੜੀ ਸੁੱਚੀ ਦੇਗ ਇੱਕ ਅਲੱਗ ਕੱਢ ਲਓ, ਭੋਗ ਪੈਂਦੇ ਸਾਰੇ ਇਹ ਦੇਗ ਵੰਡ ਦੇਣੀ ਹੈ ਸੰਗਤ 'ਚ। ਉਸ ਤੋਂ ਬਾਅਦ ਇਮੀਡੀਏਟਲੀ ਨਵਾਂ ਇੱਕ ਹੋਰ ਅਖੰਡ ਪਾਠ ਸਾਹਿਬ ਦੁਆਰਾ ਪ੍ਰਕਾਸ਼ ਕਰ ਦੇਣਾ। ਇੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਨਹੀਂ ਜਾਣਾ, ਜੇ ਲੈ ਗਏ ਤਾਂ ਉਹ ਕਬਜ਼ਾ ਕਰ ਲੈਣਗੇ। ਸਿਰਫ ਸਟੇਡੀਅਮ ਤੇ ਕਬਜ਼ਾ ਕਰਨ ਖਾਤਰ, ਇਹ ਬਚਾਉਣ ਖਾਤਰ ਕਿ ਸਟੇਡੀਅਮ ਤੇ ਕਬਜ਼ਾ ਕਰਕੇ ਅਸੀਂ ਟੂਰਨਾਮੈਂਟ ਅਸੀਂ ਹੋਣ ਦੇਣਾ, ਉਹਨਾਂ ਨੂੰ ਹੋਣ ਦੇਣਾ। ਉਸੇ ਟਾਈਮ ਭੋਗ ਅੱਜ ਤੱਕ ਨਹੀਂ ਕਦੀ ਹੋਇਆ, ਨਾ ਉਸ ਤੋਂ ਬਾਅਦ ਕਦੀ ਹੋਇਆ। ਅਖੰਡ ਪਾਠ ਸਾਹਿਬ ਇੱਕ ਦਾ ਭੋਗ ਪਿਆ, ਦੂਜਾ ਅਖੰਡ ਪਾਠ ਸਾਹਿਬ 99 'ਚ, ਮੈਂ ਤੁਹਾਨੂੰ ਗੱਲ ਦੱਸਦਾ। ਉਸ ਤੋਂ ਬਾਅਦ ਅਖੰਡ ਪਾਠ ਸਾਹਿਬ ਆਰੰਭ ਹੋਇਆ, 2 ਅਖੰਡ ਪਾਠ ਸਾਹਿਬ ਆਰੰਭ ਹੋ ਗਏ। ਬਿਲਕੁਲ ਨਾਲ ਦੇ ਖੇਤਾਂ ਦੇ ਵਿੱਚ 2 ਟੂਰਨਾਮੈਂਟ ਚੱਲ ਰਹੇ ਸੀ। ਟੋੜਾ ਦੇ ਦਲ ਨੇ ਵੀ ਤੇ ਬਾਦਲ ਦਲ ਨੇ ਵੀ ਕਰਿਆ। ਉੱਥੇ ਗੀਤ ਲੱਗੇ, ਹਰ ਤਰ੍ਹਾਂ ਦੇ ਲੁੱਚੇ ਅਸ਼ਲੀਲ ਗੀਤ ਉੱਚੀ ਉੱਚੀ ਆਵਾਜ਼ 'ਚ ਗਾਏ ਗਏ। ਇੱਧਰ ਅਖੰਡ ਪਾਠ ਸਾਹਿਬ ਹੋ ਰਿਹਾ ਸੀ। ਉਦੋਂ ਕੌਮ ਦੇ ਜਥੇਦਾਰ ਕਿੱਥੇ ਸੀ? ਉਦੋਂ ਕੌਮ ਦੇ ਬੁੱਧੀਜੀਵੀ ਕਿੱਥੇ ਸੀ? ਉਦੋਂ ਕੌਮ ਦੇ ਪ੍ਰਚਾਰਕ ਕਿੱਥੇ ਸੀ? ਉਦੋਂ ਕੌਮ ਸੁੱਤੀ ਪਈ ਸੀ। 24 ਸਾਲ ਪੁਰਾਣੀ ਗੱਲ ਹੈ, 1999 ਦੀ। ਨਹੀਂ ਇਤਬਾਰ ਤੁਸੀਂ ਜਾ ਕੇ ਪਤਾ ਕਰ ਲਿਓ। ਸਮਾਂ ਬਦਲਿਆ ਹੈ, ਸਭ ਕੁਝ ਹਾਲਾਤ ਹੋ ਹੀ ਰਹਿੰਦੇ ਨੇ। ਨਹੀਂ, ਹਾਲਾਤ ਮੈਂ ਗੱਲ ਕਰਨਾ, ਦੇਖੋ ਜਿਹੜੀ ਸਿਆਸਤ ਹੈ ਨਾ, ਸਿਆਸਤ ਉਹੀ ਰਹਿੰਦੀ ਹੈ ਜਿੰਨੇ ਆਪਣਾ ਨਿੱਜੀ ਮੁਫਾਦ ਵੇਖਣੇ ਹੁੰਦੇ ਨੇ, ਜਿੰਨੇ ਸਰਕਾਰਾਂ ਦੀ ਬੋਲੀ ਬੋਲਣੀ ਹੁੰਦੀ ਹੈ, ਜਿੰਨੇ ਸਰਕਾਰਾਂ ਤੋਂ ਕੁਝ ਚੇਅਰਮੈਨੀਆਂ, ਕੁਝ ਡਾਇਰੈਕਟਰੀਆਂ ਜਾਂ ਕੁਝ ਹੋਰ ਉਹਦੇ ਲੈਣੇ ਹੁੰਦੇ ਨੇ ਨਾ, ਉਹ ਆਪਣੀ ਕੌਮ ਦੇ ਖਿਲਾਫ ਵੀ ਬੋਲਣ ਲੱਗ ਜਾਂਦੇ। ਜਿਨ੍ਹਾਂ ਨੇ ਟੁੱਕੜ ਲੈਣੇ ਹੁੰਦੇ ਨੇ, ਉਹ ਆਪਣੀ ਕੌਮ ਦੇ ਖਿਲਾਫ ਬੋਲਣ ਤੋਂ ਵੀ ਗਰੇਜ਼ ਨਹੀਂ ਕਰਦੇ ਹੈਗੇ। ਜ਼ਿਆਦਾ ਸਮਾਂ ਨਹੀਂ ਹੈ ਕਿਉਂਕਿ ਇੰਪੋਰਟੈਂਟ ਇਸ਼ੂ ਹੈਗਾ ਆ ਕਿ ਰੀਨਾ ਦੀ ਗੱਲ ਕਰਾਂਗੇ। ਰੀਨਾ ਰਾਏ ਦੀ ਜਿਹੜੀ ਗਰਲਫ੍ਰੈਂਡ ਸੀਗੀ ਦੀਪ ਸਿੱਧੂ ਦੀ, ਵਾਰਿਸ ਪੰਜਾਬ ਦੇ ਜਥੇਬੰਦੀ ਦੀਪ ਸਿੱਧੂ ਨਾਲ ਜੋੜ ਕੇ ਦੇਖਦੇ ਨੇ, ਪਰ ਉਹ ਅੰਮ੍ਰਿਤਪਾਲ ਨੂੰ ਹੁਣ ਘੇਰ ਰਹੀ ਹੈ। ਉਹ ਕਹਿੰਦੀ ਮੇਰੇ ਨਾਲ ਆ ਕੇ ਡਿਬੇਟ ਕਰ ਲਵੇ, ਬਹੁਤ ਸਾਰੇ ਜਵਾਬ ਲੈਣੇ ਨੇ ਉਸ। ਦੇਖੋ, ਰੀਨਾ ਰਾਏ ਦੀ ਕੋਈ ਇੰਨੀ ਹੈਸੀਅਤ ਨਹੀਂ ਹੈਗੀ। ਪਹਿਲੀ ਗੱਲ ਤਾਂ ਇਹ ਗੱਲ ਹੈ, ਭਾਈ ਅੰਮ੍ਰਿਤਪਾਲ ਵੱਲੋਂ ਤਾਂ ਓਪਨ ਕਾਲ ਦਿੱਤੀ ਗਈ ਹੈ ਸਾਰਿਆਂ ਨੂੰ
ਤੇ ਮੈਨੂੰ ਲੱਗਦਾ ਪੰਜਾਬ ਦਾ, ਨਾ ਕੇਵਲ ਪੰਜਾਬ ਦਾ, ਨਾ ਕੇਵਲ ਨੈਸ਼ਨਲ ਮੀਡੀਆ ਬਲਕਿ ਇੰਟਰਨੈਸ਼ਨਲ ਮੀਡੀਆ ਕੋਈ ਰਹਿ ਨਹੀਂ ਗਿਆ ਹੋਣਾ। ਜਿਹੜੇ ਰਹਿ ਗਏ ਉਹਨੇ ਕਿਹਾ ਵੀ ਆ ਕੇ ਮੇਰੇ ਨਾਲ ਡਿਬੇਟ ਕਰੋ। ਮੈਂ ਕਹਿੰਦਾ 30 ਸਾਲਾਂ ਬਾਅਦੋਂ ਕੋਈ ਪਹਿਲਾ ਨੌਜਵਾਨ ਕੌਮ ਨੂੰ ਮਿਲਿਆ ਜਿਹੜਾ ਓਪਨ ਡਿਬੇਟ ਕਰ ਰਿਹਾ ਔਰ ਹਰ ਗੱਲ ਦਾ ਤਸੱਲੀ ਬਖਸ਼ ਬਾਦਲੀਲ ਲੌਜੀਕਲੀ ਜਵਾਬ ਦੇ ਰਿਹਾ। ਤਾਂ ਉਹਨੂੰ ਏਜੰਸੀਆਂ ਦਾ ਬੰਦਾ ਵੀ ਕਰਿਆ ਲੋਕਾਂ ਨੇ ਤਾਂ ਕਹਿਣਾ ਹੀ ਹੁੰਦਾ। ਦੇਖੋ ਲੋਕਾਂ ਨੇ ਤਾਂ ਬੜੇ, ਹੁਣ ਮੈਂ ਗੱਲ ਉਸ ਸਮੇਂ 'ਚ ਮਲਾਈ, ਫਿਰ ਲੋਕਾਂ ਨੇ ਕਹਿਣਾ ਇਹਨਾਂ ਦੀ ਤੁਲਨਾ ਕਰਨੇ ਨੇ, ਪਰ ਅਸੀਂ ਰੀਸ ਕਿਹਦੀ ਕਰਨੀ ਹੈ? ਅਸੀਂ ਫਾਲੋਅਰਸ ਕਿਹਦੇ ਹਾਂ? ਲੋਕਾਂ ਨੇ ਗੁਰੂ ਨਾਨਕ ਸਾਹਿਬ ਨੂੰ ਬਹੁਤ ਕੁਝ ਬੋਲਿਆ, ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਮੇਂ ਦੇ ਇਹ ਨਹੀਂ ਵੀ ਅਸੀਂ ਉਹਨਾਂ ਦੀ ਗੱਲ, ਕਿਉਂਕਿ ਅਸੀਂ ਉਹਨਾਂ ਦੀ ਉਮਤ ਹਾਂ, ਅਸੀਂ ਉਹਨਾਂ ਦੇ ਮੰਨਣ ਵਾਲੇ ਹਾਂ। ਪਰ ਜਦੋਂ ਸਾਡੇ ਗੁਰੂਆਂ ਨੂੰ ਇੰਨਾ ਕੁਝ ਬੋਲਿਆ, ਸਾਡੇ ਸਿੱਖਾਂ ਨੂੰ ਇੰਨਾ ਕੁਝ ਬੋਲਿਆ, ਵੱਡੇ ਵੱਡੇ ਕਰਤਾਰ ਸਿੰਘ ਸਰਾਭੇ ਵਰਗਿਆਂ ਨੂੰ ਬੋਲਿਆ, ਹੋਰ ਜਿਹੜੇ ਕੌਮ ਦੇ ਸ਼ਹੀਦ ਹੋਏ ਨੇ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਮਤਲਬ ਉਹਨਾਂ ਨੂੰ ਬੋਲਿਆ। ਫਿਰ ਮੌਜੂਦਾ ਸਮੇਂ ਸੰਘਰਸ਼ ਦੇ ਵਿੱਚ ਵੀ ਜਿਹੜਾ ਹੁਣ ਮੂਵਮੈਂਟ 'ਚ ਉਸ ਦੇ ਵਿੱਚ ਵੀ ਸਿੱਖਾਂ ਨੂੰ ਇੰਨਾ ਕੁਝ ਬੋਲਿਆ ਗਿਆ, ਸਿੰਘਾਂ ਨੂੰ। ਤੇ ਇਹ ਤਾਂ ਇਤਿਹਾਸ ਚੱਲਦਾ ਆ ਰਿਹਾ ਨਾ। ਜਦੋਂ ਕਿਤੇ ਨਹੀਂ ਨਾ ਗੱਲ ਚੱਲਦੀ ਹੁੰਦੀ, ਤੁਹਾਡੀ ਏਜੰਸੀਆਂ ਦੀ ਗੱਲ ਤੋਂ ਮੈਨੂੰ ਤੁਹਾਨੂੰ ਗੱਲ ਦੱਸਦਾ। ਬੀਜੇਪੀ ਦੀ ਸਰਕਾਰ ਸੈਂਟਰ 'ਚ ਹੈ, ਉਹ ਕਹਿ ਰਹੀ ਹੈ ਜੀ ਭਾਈ ਅੰਮ੍ਰਿਤਪਾਲ ਸਿੰਘ ਆਮ ਆਦਮੀ ਪਾਰਟੀ ਜਿਹਨਾਂ ਰੂਲਿੰਗ ਪਾਰਟੀ ਪੰਜਾਬ 'ਚ ਉਹਨਾਂ ਦਾ ਬੰਦਾ ਹੈ। ਪੰਜਾਬ ਦੇ ਵਿੱਚ ਰੂਲਿੰਗ ਪਾਰਟੀ ਹੈਗੀ ਆਮ ਆਦਮੀ ਪਾਰਟੀ, ਇਹ ਕਹਿ ਰਹੇ ਨੇ ਬੀਜੇਪੀ ਦਾ ਬੰਦਾ ਹੈ। ਠੀਕ ਹੈ ਜੀ, ਦੋਨੋਂ ਰੂਲਿੰਗ ਪਾਰਟੀਆਂ। ਹੁਣ ਦੂਜੀਆਂ ਧਿਰਾਂ ਲੈ ਲਈਆਂ ਜਿਹੜੀਆਂ ਰੂਲ ਤੋਂ ਬਾਹਰ ਨੇ, ਜਿਹੜੀਆਂ ਪਾਵਰ ਤੋਂ ਬਾਹਰ ਨੇ। ਸ਼੍ਰੋਮਣੀ ਅਕਾਲੀ ਦਲ ਹੈ ਪੰਜਾਬ ਦੀ ਗੱਲ ਕਰਾਂ, ਤੇ ਦੂਸਰੀ ਹੈਗੀ ਆਪਣੇ ਕਾਂਗਰਸ ਪਾਰਟੀ। ਕੋਈ ਤਾਂ ਕਹਿ ਰਹੇ ਨੇ ਬੀਜੇਪੀ ਦਾ। ਇੱਕ ਅਸਲ 'ਚ ਪਤਾ ਕੀ ਗੱਲ ਹੈ, ਜਦੋਂ ਮੈਦਾਨ ਇਹਨਾਂ ਨੂੰ ਦਿਖਣ ਲੱਗ ਜਾਣਾ, ਮੈਦਾਨ ਹੋਰ ਆ ਗਿਆ ਬੰਦਾ, ਲੋਕਾਂ ਨੂੰ ਜਗਾਉਣ ਲੱਗ ਗਿਆ, ਸਿੱਖੀ ਦੀ ਗੱਲ ਪਾਉਣ ਲੱਗ ਗਿਆ, ਲੋਕਾਂ ਨੂੰ ਸੁੱਤੀ ਨੀਂਦ ਤੋਂ ਜਗਾਉਣ ਵਾਸਤੇ ਆਇਆ। ਜਦੋਂ ਵੀ ਕੋਈ ਆਇਆ, ਮੈਂ ਹੁਣ ਦੀ ਗੱਲ ਨਹੀਂ ਕਰ ਰਿਹਾ, ਭਾਵੇਂ ਉਦੋਂ ਕਰਤਾਰ ਸਿੰਘ ਸਰਾਭੇ, ਭਾਵੇਂ ਗਦਰੀ ਬਾਬੇ ਸੀ, ਭਾਵੇਂ ਜ਼ਕਰੀ ਦੇ ਟਾਈਮ ਜਾਂ ਔਰੰਗਜ਼ੇਬ ਦੇ ਟਾਈਮ ਜਾਂ ਮੌਜੂਦਾ ਸਮੇਂ ਦੇ ਦੌਰਾਨ ਸੀ, ਜਿਹੜਾ ਵੀ ਜਗਾਉਣ ਵਾਸਤੇ ਆਇਆ, ਉਹ ਕਹਿੰਦੇ ਨਾ ਉਹਨੂੰ ਹਮੇਸ਼ਾ ਹੀ ਉਹਦੇ ਖਿਲਾਫ ਚੱਲਦੇ ਰਹਿੰਦੇ ਨੇ। ਉਹਨੂੰ ਹਮੇਸ਼ਾ ਹੀ ਭਾਵੇਂ ਏਜੰਸੀਆਂ, ਭਾਵੇਂ ਵਿਰੋਧੀ, ਭਾਵੇਂ ਪੋਲੀਟੀਕਲ ਪਾਰਟੀਆਂ, ਅਦਰਵਾਈਜ਼ ਤਾਂ ਇਹ ਲੋਕਾਂ ਨੂੰ ਗੁੰਮਰਾਹ ਕਰਦੀਆਂ। ਮੇਰੀ ਅਪੀਲ ਹੈ, ਮੈਂ ਲੋਕਾਂ ਨੂੰ ਬੇਨਤੀ ਕਰਦਾ, ਜਾਗੋ, ਇਹਨਾਂ ਤੋਂ ਬਚੋ। ਇਹ ਜਦੋਂ ਤਾਂ ਆਪਸ 'ਚ ਅਲੱਗ-ਅਲੱਗ ਹੁੰਦੇ ਨੇ, ਫਿਰ ਇੱਕ ਦੂਜੇ 'ਤੇ ਅਟੈਕ ਕਰਦੇ ਨੇ। ਜਦੋਂ ਕੋਈ ਆ ਕੇ ਕੌਮ ਨੂੰ ਹਲੂਣਾ ਦੇ ਕੇ ਜਗਾਉਂਦਾ ਹੈ, ਫਿਰ ਇਕੱਠੇ ਹੋ ਜਾਂਦੇ, ਫਿਰ ਆਪਸ 'ਚ ਮੀਟਿੰਗ ਹੋ ਜਾਂਦੀ। ਫਿਰ ਮੀਟਿੰਗ ਦੇ ਵਿੱਚ ਕੀ ਹੁੰਦਾ ਕਿ ਤੂੰ ਉਹਨੂੰ ਮਾੜਾ ਬੋਲਣਾ, ਮੈਂ ਤੈਨੂੰ ਮਾੜਾ, ਮੈਂ ਤੇਰਾ ਬੰਦਾ ਕਹੀ ਜਾਣਾ, ਤੂੰ ਮੇਰਾ ਬੰਦਾ ਕਹੀ ਜਾਣਾ, ਲੋਕਾਂ ਨੂੰ ਭੰਬਲ ਭੁੱਸੇ 'ਚ ਪਾਈ ਜਾਣਾ। ਮੈਂ ਤਾਂ ਕਹਿੰਦਾ ਯਾਰ, ਇੰਨੇ ਅਸੀਂ ਪੜ੍ਹੇ ਲਿਖੇ ਹੋ, ਇੰਨੀ ਦੇਰ ਰਾਜ ਕਰ ਚੁੱਕੇ ਹੋ, ਕੋਈ ਰਾਜ ਤੋਂ ਬਾਹਰ ਬੈਠੇ ਹੋ, ਆ ਕੇ ਸਲਾਹ ਹੀ ਕਰ ਲਓ ਵੀ ਕਿਹਦਾ ਇੱਕ ਦਾ ਤਾਂ ਕਹਿ ਦੋ ਕਿਹਦਾ ਬੰਦਾ, ਕੋਈ ਤਾਂ ਕੀ ਲੋਕਾਂ ਸਮਝੀ ਜਾਣਾ। ਰੋਜ਼ ਡਿਬੇਟਸ ਚੱਲ ਰਹੀਆਂ ਚੈਨਲ ਦੇ ਉੱਪਰ, ਇੱਕ ਦੂਜੇ ਦੇ ਉੱਪਰ, ਕੋਈ ਬੀਜੇਪੀ ਦਾ, ਕੋਈ ਕਹਿੰਦਾ ਆਪ ਦਾ, ਕੋਈ ਕਹਿੰਦਾ ਕਾਂਗਰਸ ਦਾ, ਕੋਈ ਕਹਿੰਦਾ ਅਕਾਲੀ। ਸਮਝ ਤਾਂ ਲੱਗੇ ਇੱਕ ਦੂਜੇ ਤੋਂ ਪ੍ਰਦੂਸ਼ਣਬਾਜ਼ੀ ਕਰੀ, ਬੰਦਾ ਕਿਹਦਾ ਹੈ? ਏਜੰਸੀਆਂ ਦਾ। ਕੋਈ ਕੁਛ ਕਹੀ ਜਾਂਦੇ ਹੋ। ਏਜੰਸੀਆਂ ਵਾਲੇ ਬੰਦੇ ਇਦਾਂ ਨਹੀਂ ਕਰਦੇ ਹੁੰਦੇ। ਏਜੰਸੀਆਂ ਵਾਲੇ ਬੰਦੇ ਕੌਮੀਅਤ ਗੱਲ ਨਹੀਂ ਕਰਦੇ ਹੁੰਦੇ। ਏਜੰਸੀਆਂ ਵਾਲੇ ਬੰਦੇ ਇਤਿਹਾਸ ਦੀ ਗੱਲ ਨਹੀਂ ਕਰਦੇ ਹੁੰਦੇ। ਏਜੰਸੀਆਂ ਦੇ ਬੰਦੇ ਕਦੇ ਅੰਮ੍ਰਿਤ ਸੰਚਾਰ ਨਹੀਂ ਕਰਦੇ ਹੁੰਦੇ। ਏਜੰਸੀਆਂ ਦੇ ਬੰਦੇ ਕਦੇ ਨਸ਼ੇ ਤੋਂ ਨਹੀਂ ਹਟਾਉਂਦੇ ਹੁੰਦੇ। ਨਸ਼ੇ ਤੇ ਕੌਣ ਇੱਥੋਂ ਤੱਕ ਵੀ ਲੱਗਦਾ ਨਾ, ਅਟੈਕ ਇੱਥੋਂ ਤੱਕ ਲੱਗਦਾ ਕਿ ਵੈਲ ਐਜੂਕੇਟਡ ਨਹੀਂ, ਵੈਲ ਟ੍ਰੇਨਡ ਹੈ। ਮੈਨੂੰ ਇੱਕ ਗੱਲ ਦੱਸੋ, ਵੈਲ ਟ੍ਰੇਨਡ ਤੇ ਵੈਲ ਐਜੂਕੇਟਡ 'ਚ ਕੀ ਫਰਕ ਹੈ? ਤੁਸੀਂ ਜਿਹੜਾ ਬੰਦਾ ਵੈਲ ਐਜੂਕੇਟਡ ਨਹੀਂ ਹੋਏਗਾ, ਉਹਨੂੰ ਵੈਲ ਟ੍ਰੇਨਡ ਨਹੀਂ ਕਰ ਸਕਦੇ ਹੈਗੇ। ਦਿਖਾਓ ਤਾਂ ਮੈਨੂੰ ਹੋਰ ਕਿਹੜੇ ਬੰਦੇ ਤੁਸੀਂ ਟ੍ਰੇਨਡ ਕਰਕੇ ਭੇਜਣ, ਸਾਨੂੰ ਵੀ ਪਤਾ ਲੱਗੇ, ਅਸੀਂ ਦੇਖੀਏ। ਕਦੇ ਵੀ ਫਾਰਮਲ ਐਜੂਕੇਸ਼ਨ ਦੀ ਇਹ ਬੜਾ ਇੱਕ ਅਲੱਗ ਡਿਬੇਟ ਦਾ ਵਿਸ਼ਾ ਹੈ। ਤੁਸੀਂ ਇੱਥੇ ਬੜੇ PhDs ਵਾਲੇ, ਬੜੇ ਜਿਹੜੇ ਵੈਲ ਕੁਆਲੀਫਾਈਡ ਸੀ, ਇੱਥੇ ਸਾਬਤ ਸੂਰਤ ਦੀ ਗੱਲ ਕਰਦੇ ਨੇ ਨਾ। ਇੱਥੇ KPS ਗਿੱਲ ਵਰਗੇ ਬੜੇ ਸਾਬਤ ਸੂਰਤ ਬੈਠੇ ਸੀ, ਦਸਤਾਰਾਂ ਸੀ ਸਿਰ ਤੇ। ਇੱਥੇ ਬੜੇ ਅਜੀਤ ਸਿੰਘ ਸੰਧੂ ਵਰਗੇ ਸੀ, ਇੱਥੇ ਬਹੁਤ ਬੈਠੇ ਸੀ ਜਿਨ੍ਹਾਂ ਨੇ ਕੌਮ ਦਾ ਘਾਣ ਬਣੇ। ਕੇਵਲ ਪੱਗਾਂ ਦੇ ਵਿੱਚ ਸਿਰ ਫਸਾਨ ਨਾਲ ਤੁਸੀਂ ਸਿੱਖ ਨਹੀਂ ਬਣ ਜਾਂਦੇ ਹੈਗੇ। ਸਿੱਖਿਆ ਗੁਰਵਿਚਾਰ, ਇਹ ਪੜ੍ਹਾਈਆਂ ਇੱਥੇ ਕੋਈ ਇੰਟਰਵਿਊ ਨਹੀਂ ਹੋਣੀ ਹੈਗੀ ਵੀ ਜਾਂ ਤੁਸੀਂ ਸਿਲੈਕਸ਼ਨ ਕਰਨੀ ਆ। ਤੁਸੀਂ ਉਹਦੀ ਗੱਲ ਦੇਖੋ, ਬਾਦਲੀਲ ਹਿੰਦੀ 'ਚ ਨੈਸ਼ਨਲ ਮੀਡੀਆ ਤੇ ਇੰਟਰਵਿਊ ਦੇ ਰਿਹਾ, ਇੰਗਲਿਸ਼ 'ਚ ਇੰਟਰਨੈਸ਼ਨਲ ਮੀਡੀਆ ਤੇ ਇੰਟਰਵਿਊ ਦੇ ਰਿਹਾ, ਪੰਜਾਬੀ ਦੇ ਵਿੱਚ ਕਿਉਂ ਨਹੀਂ ਆ ਕੇ ਸਾਰੇ ਚੈਨਲ ਇਕੱਠੇ ਹੋ ਕੇ ਸਾਰੇ ਆ ਰਹੇ ਨੇ ਹਰੇਕ ਦੇ। ਫਿਰ ਤੁਸੀਂ ਕਹਿ ਰਹੇ ਹੋ ਵੈਲ ਟ੍ਰੇਨਡ ਕਿੰਨੇ ਕੀਤਾ? ਤੂੰ ਦੱਸੋ, ਅਸੀਂ ਕੋਈ ਟ੍ਰੇਨਡ ਵਾਲਾ ਮੰਨੇ ਤਾਂ ਸੀ। ਜੇ ਬੰਦਾ ਕੌਮ ਦੀ ਗੱਲ ਕਰੇ, ਜਿਹੜੀਆਂ ਹੁੰਦੀਆਂ ਸਰਕਾਰਾਂ ਨਸ਼ੇ ਦਿੰਦੀਆਂ ਹੁੰਦੀਆਂ, ਨਸ਼ੇ ਤੋਂ ਹਟਾਇਆ ਕਿਉਂ ਨਹੀਂ? ਪੰਜਾਬ ਅੱਜ ਨਸ਼ੇ 'ਚ ਗਲਤਾਨ ਪਿਆ, ਪੰਜਾਬ ਦਾ ਪੁੱਤ ਮਰ ਰਿਹਾ, ਪੰਜਾਬ ਦੀਆਂ ਮਾਵਾਂ ਵਿਲਕ ਰਹੀਆਂ। ਕੌਣ ਸੰਭਾਲੇਗਾ? ਉਹਨੇ ਆ ਕੇ ਪੰਜਾਬ ਦੀਆਂ ਮਾਵਾਂ ਦੇ ਹੰਝੂ ਪੁੰਝੇ ਨੇ, ਪੰਜਾਬ ਦੇ ਬਾਪੂਆਂ ਦੇ, ਪੰਜਾਬ ਦੇ ਬਜ਼ੁਰਗ ਜਦੋਂ ਚਿੱਟੀਆਂ ਦਾੜੀਆਂ ਸੀ ਉਹਨਾਂ ਦੇ ਵਿੱਚੋਂ ਜਿਹੜੇ ਹੰਝੂ ਵਗਦੇ ਸੀ, ਉਹ ਪੁੰਝੇ ਨੇ। ਤੁਸੀਂ ਵੇਖਿਆ ਹੋਣਾ 2-4 ਦਿਨ ਪਹਿਲਾਂ ਜਦੋਂ ਵਹੀਰ ਜਾ ਰਹੀ ਸੀ, ਇੱਕ ਨੌਜਵਾਨ ਮੁੰਡਾ ਹਾਕਾਂ ਮਾਰ ਕਹਿ ਰਿਹਾ ਸੀ, ਬਾਈ ਜੀ ਬਚਾ ਲਓ ਸਾਨੂੰ, ਬਾਬਾ ਜੀ ਬਚਾ ਲਓ। ਬੜੀ ਉਹ ਵਾਇਰਲ ਹੋ ਰਹੀ ਹੈ ਵੀਡੀਓ। ਉਹ ਨਸ਼ੇ 'ਚ ਸਾਨੂੰ ਲਾਤਾ, ਸਾਨੂੰ ਬਚਾ ਲਓ। ਕਿੰਨੇ ਅੱਜ ਤੱਕ ਹੋਕਾ ਦਿੱਤਾ ਹੈ? ਕਿੰਨੇ ਅੱਜ ਤੱਕ ਆਵਾਜ਼ ਦਿੱਤੀ ਹੈ ਐਸੇ ਕੌਮੀ ਆਗੂ ਨੂੰ, ਕੌਮੀ ਜਰਨੈਲ ਨੂੰ ਆ ਕੇ ਸਾਨੂੰ ਬਚਾਇਆ ਜਾਵੇ? ਇਹ ਕੌਮੀ ਜਰਨੈਲ ਕੌਮ ਦਾ ਆਗੂ ਹੀ ਬਚਾ ਸਕਦਾ, ਸਰਕਾਰਾਂ ਨਹੀਂ ਬਚਾਉਂਦੀਆਂ। ਸਰਕਾਰਾਂ ਨੇ ਨਸ਼ੇ 'ਚ ਪਾਇਆ ਸਗੋਂ। ਜੀ ਬਿਲਕੁਲ ਗੁਰਾਂ ਸਾਹਿਬ, ਮੁੱਦਾ ਹਜੇ ਹੋਰ ਵੀ ਹੈਗਾ, ਕਿਉਂਕਿ ਆਪਾਂ ਵੈਲ ਐਜੂਕੇਟਡ, ਵੈਲ ਟ੍ਰੇਨਡ, ਉਸ 'ਤੇ ਵੀ ਕਦੇ ਚਰਚਾ ਕਰਾਂਗੇ। ਫਿਲਹਾਲ ਅੱਜ ਵਿਸ਼ਾ ਸੀਗਾ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਾਣਾ ਸਹੀ ਸੀ ਜਾਂ ਨਹੀਂ, ਉਸ 'ਤੇ ਵਿਚਾਰ ਕੀਤੇ ਨੇ। ਬਹੁਤ ਤੁਹਾਡਾ ਧੰਨਵਾਦ। ਬਹੁਤ ਧੰਨਵਾਦ ਜੀ। ਇਹ ਵਿਚਾਰਾਂ ਇੱਦਾਂ ਹੀ ਨਿਰੰਤਰ ਚੱਲਦੀਆਂ ਰਹਿਣੀਆਂ ਚਾਹੀਦੀਆਂ। ਮੈਂ ਸਾਰੇ ਚੈਨਲ ਵਾਲਿਆਂ ਨੂੰ ਕਹਿੰਦਾ, ਤੁਸੀਂ ਉੱਥੇ ਜਾ ਕੇ ਉਹਨਾਂ ਕੋਲੋਂ, ਭਾਈ ਅੰਮ੍ਰਿਤਪਾਲ ਸਿੰਘ ਕੋਲ ਬੈਠ ਕੇ ਉਹਨਾਂ ਦੀ ਦਲੀਲ, ਉਹਨਾਂ ਨਾਲ ਲੌਜੀਕਲੀ ਗੱਲ ਕਰੋ। ਕੁਝ ਪਤਾ ਲੱਗੇ, ਜਿਹੜੀ ਪੰਜਾਬ ਦੀ ਜਵਾਨੀ ਸੁੱਤੀ ਹੈ ਉਹਨਾਂ ਨੂੰ ਪਤਾ ਲੱਗੇ, ਉਹ ਆਪੇ ਹੀ ਰੜਕ ਕੇ ਨਿਚੋੜ ਕੱਢਣਗੇ ਕਿਹੜਾ ਠੀਕ ਹੈ ਕਿਹੜਾ ਗਲਤ ਹੈ। ਸੋ ਇਹਦੇ ਉੱਪਰ ਬਹੁਤ ਸਾਰੀਆਂ ਵਿਚਾਰਾਂ ਲੰਮੀਆਂ ਹੁੰਦੀਆਂ ਰਹਿਣਗੀਆਂ, ਵਿੱਚੋਂ ਕੁਝ ਨਾ ਕੁਝ ਚੰਗਾ ਨਿਕਲੇਗਾ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।
ਸੋ ਇਹ ਸਨ ਸਾਡੇ ਨਾਲ ਗਗਨਦੀਪ ਗੁਰਾਇਆ ਜੀ, ਜਿਨ੍ਹਾਂ ਨੇ ਚਰਚਾ ਕੀਤੀ ਆ। ਸਿੱਖ ਚਿੰਤਕ ਨੇ, ਵਿਸ਼ਿਆਂ ਨੂੰ ਲੈ ਕੇ ਹਮੇਸ਼ਾ ਚਰਚਾ ਕਰਦੇ ਰਹਿੰਦੇ ਨੇ, ਤੇ ਅੱਜ ਵਿਸ਼ਾ ਸੀਗਾ ਕਿ ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਥੇ ਲੈ ਕੇ ਜਾਣਾ ਸਹੀ ਸੀ ਜਾਂ ਨਹੀਂ। ਤੇ ਤਮਾਮ ਜਿਹੜੇ ਲੋਕ ਇਸ ਉੱਤੇ ਆਪੋ ਆਪਣੀ ਰਾਏ ਰੱਖ ਰਹੇ ਉਸ ਉੱਤੇ ਵੀ ਚਰਚਾ ਹੋਈ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਹੁਣ ਮੈਨੂੰ ਜਸਪ੍ਰੀਤ ਸਿੰਘ ਆਸ਼ਕ ਨੂੰ ਦੇ ਇਜਾਜ਼ਤ। ਦੇਖ ਰਹੇ ਹੋ ਟੀਵੀ ਪੰਜਾਬ। ਧੰਨਵਾਦ।